ਜਿਹੜੇ ਨੇ ਸਾਹਿਬਜ਼ਾਦਿਆਂ ਦੇ ਜਿੱਥੋਂ ਚੱਲ ਕੇ ਸ਼ਹੀਦੀ ਤੱਕ ਮੁਕਾਮ ਤੱਕ ਪਹੁੰਚਦੇ ਆ, ਪੜਾਅ ਵਾਈਜ਼ ਫਿਰ ਉਹੀ ਰਾਤ ਉਸੇ ਜਗ੍ਹਾ, ਇਹ ਬਹੁਤ ਮਹੱਤਵਪੂਰਨ ਹੈ ਕਿ ਉਹੀ ਰਾਤ ਉਸੇ ਜਗ੍ਹਾ ਉਹੀ ਘੜੀਆਂ ਬੈਠ ਕੇ ਇੱਕ ਨਿਰਮਲ ਅਹਿਸਾਸ ਅੰਦਰ ਜਾਗਦਾ ਕਿ ਉਹ ਕਿੱਦਾਂ ਦੀਆਂ ਦੁੱਖ ਭਰੀਆਂ ਰਾਤਾਂ ਹੋਣਗੀਆਂ। ਬਹੁਤ ਵੱਡਾ ਹਿੱਸਾ ਹੱਕਾਂ ਦੀ ਲੜਾਈ ਜਿਹੜਾ ਉਹ ਦਿੱਲੀ ਦੀਆਂ ਸੜਕਾਂ ਤੇ ਬੈਠ ਕੇ ਲੜ ਰਿਹਾ ਤੇ ਜਜ਼ਬਾਤ ਉਹਨਾਂ ਦੇ ਅੰਦਰ ਉਹ ਸੀਤ ਰਾਤਾਂ ਠੰਡੇ ਬੁਰਜ ਦੇ ਅਹਿਸਾਸ ਨਾਲ ਹੀ ਕੱਟ ਰਹੇ ਨੇ। ਅਸੀਂ ਉਸ ਸਫ਼ਰ ਦੇ ਪਾਂਧੀ ਬਣ ਕੇ ਅਹਿਸਾਸ ਕਰਦੇ ਹਾਂ ਕਿ ਅਸੀਂ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੇ ਨਾਲ ਨਾਲ ਚੱਲ ਰਹੇ ਹਾਂ ਤੇ ਜਿੱਥੇ ਇੱਕ ਡੂੰਘਾ ਅਹਿਸਾਸ ਹੈ ਸ਼ਹੀਦੀਆਂ ਦਾ, ਉੱਥੇ ਸਾਡਾ ਆਤਮ ਮੰਥਨ ਵੀ ਹੈ ਕਿ ਉਹਨਾਂ ਨੇ ਕੀ ਕੀਤਾ ਸੀ ਤੇ ਅਸੀਂ ਕਿੱਥੇ ਖੜੇ ਹਾਂ। ਤੁਸੀਂ ਨੌਜਵਾਨ ਪੀੜ੍ਹੀ ਨੂੰ ਤੇ ਉਸ ਸਮੇਂ ਦੇ ਇਤਿਹਾਸ ਨੂੰ ਕਿੱਦਾਂ ਦੇਖਦੇ ਹੋ, ਕੀ ਸੰਦੇਸ਼ ਦੇਣਾ ਚਾਹੁੰਦੇ? ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਪੰਜਾਬ ਦਾ ਨੌਜਵਾਨ ਲਬਾਲਬ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਸਪਿਰਿਟ ਨਾਲ ਭਰਿਆ ਹੋਇਆ। ਉਹਨਾਂ ਦੇ ਬੋਲੇ ਸੋਨਿਹਾਲ ਦੇ ਜਕਾਰੇ ਉਸੇ ਤਰ੍ਹਾਂ ਨੇ ਜਿਵੇਂ ਇਸ ਜਿਹੜੀ ਜਗ੍ਹਾ ਦੇ ਉੱਤੇ ਵਜੀਦੇ ਦੀ ਸਭਾ ਦੇ ਵਿੱਚ ਸਾਹਿਬਜ਼ਾਦਿਆਂ ਨੇ ਗਜਾ ਕੇ ਜ਼ੁਲਮੀ ਰਾਜ ਦੀਆਂ ਕੰਧਾਂ ਹਿਲਾ ਦਿੱਤੀਆਂ ਸੀ। ਉਸੇ ਜਜ਼ਬੇ ਦੇ ਨਾਲ ਚਟਾਨਾਂ ਵਰਗੀਆਂ ਜਿਹੜੀ ਅੱਗੇ ਰੋਕਾਂ ਸੀ, ਉਹ ਬੋਲੇ ਸੋਨਿਹਾਲ ਦੇ ਜਕਾਰਿਆਂ ਦੇ ਜੋਸ਼ ਨੇ ਉਡਾ ਕੇ ਰੱਖ ਦਿੱਤੀਆਂ। ਇੱਕ ਸਮੇਂ-ਸਮੇਂ ਤੇ ਮੰਗ ਉੱਠਦੀ ਰਹਿੰਦੀ ਹੈ, ਕਦੇ ਕਿਸੇ ਵੱਲੋਂ ਮੰਗ ਕੀਤੀ ਜਾਂਦੀ ਹੈ, ਕਦੇ ਕੋਈ ਮੰਗ ਕਰਦਾ ਹੈ ਕਿ ਛੋਟੇ ਸਾਹਿਬਜ਼ਾਦਿਆਂ ਦੇ ਨਾਮ ਤੋਂ ਚਿਲਡਰਨ ਡੇ ਸ਼ੁਰੂ ਹੋਣਾ ਚਾਹੀਦਾ ਹੈ। ਤੁਹਾਨੂੰ ਕੀ ਲੱਗਦਾ ਹੈ, ਇਹ ਮੰਗ ਜਾਇਜ਼ ਹੈ ਜਾਂ ਗਲਤ ਹੈ ਜਾਂ ਠੀਕ ਹੈ? ਜੇ ਵਾਕਈ ਇੰਨੇ ਸੁਹਿਰਦ ਨੇ ਨਾ ਉਹ ਵੀਰ ਵੀ ਉਹ ਚਾਹੁੰਦੇ ਨੇ ਕਿ ਅਸੀਂ ਸਿੱਖ ਇਤਿਹਾਸ ਦੀ ਯਾਦ ਲੋਕਾਂ ਤੱਕ ਪਹੁੰਚਾਉਣੀ ਆ, ਤੇ ਫਿਰ ਉਹ ਇਹ ਉਦਮ ਕਰਨ ਕਿ ਜਿਨ੍ਹਾਂ ਦੀ ਕੁਰਬਾਨੀ ਸਦਕਾ ਦਿੱਲੀ ਵਸ ਰਹੀ ਹੈ, ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦੀ ਕੁਰਬਾਨੀ ਸਦਕਾ ਇਹ ਇੱਥੇ ਧਰਮ ਜਿਉਂਦਾ ਹੈ, ਇਹ ਦੇਸ਼ ਵਸਦਾ ਪਿਆ, ਇਹਦਾ ਨਕਸ਼ਾ ਇਹ ਮੌਜੂਦ ਹੈ। ਦਿੱਲੀ ਦੇ 에ਅਰਪੋਰਟ ਦਾ ਨਾਂ ਉਹ ਗੁਰੂ ਤੇਗ ਬਹਾਦਰ ਮਹਾਰਾਜ ਦੇ ਨਾਂ ਤੇ ਰਖਾਉਣ। ਇਹ ਅੱਤ ਲੋੜੀਂਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਇਹ ਦੱਸੀਏ ਕਿ 25 ਦਸੰਬਰ ਕੁਝ ਹੋਰ ਵੀ ਵਾਪਰਿਆ ਸੀ ਜਦੋਂ ਸਾਹਿਬ ਦੇ ਲਾਲਾਂ ਨੇ ਧਰਮ ਦੀਆਂ ਨੀਹਾਂ ਪੱਕੀਆਂ ਕਰਨ ਵਾਸਤੇ ਠੰਡੇ ਬੁਰਜ ਦੀ ਤਸ਼ੱਦਦ ਨੂੰ ਆਪਣੇ ਪਿੰਡੇ ਤੋਂ ਚੱਲ ਰਹੇ ਸਨ। ਉਹ ਅਹਿਸਾਸ ਸਾਨੂੰ ਕਦੀ ਨਾ ਭੁੱਲੇ। ਹਰ ਸਾਲ ਸ੍ਰੀ ਫਤਿਹਗੜ੍ਹ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲਾਂ ਦਾ ਤੇ ਧੰਨ ਮਾਤਾ ਗੁਜਰੀ ਜੀ ਦਾ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਬੇਸ਼ੱਕ ਦਿੱਲੀ ਦੇ ਵਿੱਚ ਕਿਸਾਨ ਧਰਨੇ ਤੇ ਬੈਠੇ ਹੋਏ ਨੇ, ਪਰ ਫਿਰ ਵੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਵੱਡੀਆਂ ਰੌਣਕਾਂ ਸੰਗਤ ਦੀਆਂ ਦੇਖਣ ਨੂੰ ਮਿਲ ਰਹੀਆਂ ਨੇ। ਸ਼ਰਧਾ ਭਾਵਨਾ ਦੇ ਨਾਲ ਇਸ ਜਗ੍ਹਾ ਤੇ ਧਾਰਮਿਕ ਸਮਾਗਮ ਵੀ ਕੀਤੇ ਜਾ ਰਹੇ ਨੇ। ਖਾਸ ਕਰਕੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਹਰਪਾਲ ਸਿੰਘ ਜੀ ਦੇ ਵੱਲੋਂ ਹਰ ਸਾਲ ਸਫਰੇ ਸ਼ਹਾਦਤ ਦੇ ਪ੍ਰੋਗਰਾਮ ਕੀਤੇ ਜਾਂਦੇ ਨੇ। ਉਹ ਪ੍ਰੋਗਰਾਮ ਵੀ ਸ਼ੁਰੂ ਹੋ ਰਹੇ ਨੇ। ਪ੍ਰੋਗਰਾਮਾਂ ਦੀ ਕੀ ਰੂਪਰੇਖਾ ਰਹੇਗੀ ਤੇ ਕਿੱਥੇ ਕਿੱਥੇ ਦੀਵਾਨ ਸਜਣਗੇ, ਕਿਹੋ ਜਿਹੇ ਪ੍ਰੋਗਰਾਮ ਹੋਣਗੇ, ਅਸੀਂ ਇਸ ਬਾਰੇ ਜਾਣਕਾਰੀ ਲਵਾਂਗੇ ਭਾਈ ਹਰਪਾਲ ਸਿੰਘ ਜੀ ਦੇ ਕੋਲੋਂ। ਸਾਡੇ ਨਾਲ ਮੌਜੂਦ ਨੇ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਗਿਆਨੀ ਹਰਪਾਲ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ, ਜਿੱਥੇ ਹਰ ਸਿੱਖ ਦੀ ਅੱਖ ਆ ਕੇ ਨਮ ਹੋ ਜਾਂਦੀ ਹੈ। ਹਰ ਸਾਲ ਇੱਥੇ ਸ਼ਰਧਾ ਦੇ ਨਾਲ ਇਤਿਹਾਸਕ ਦਿਹਾੜੇ ਮਨਾਏ ਜਾਂਦੇ ਨੇ। ਤੁਹਾਡੇ ਵੱਲੋਂ ਸਫਰੇ ਸ਼ਹਾਦਤ ਪਿਛਲੇ ਕਾਫੀ ਸਾਲਾਂ ਤੋਂ ਸ਼ੁਰੂ ਕੀਤਾ ਗਿਆ ਹੈ। ਸਫਰੇ ਸ਼ਹਾਦਤ ਕਿਵੇਂ ਸ਼ੁਰੂ ਹੋਇਆ ਤੇ ਕੀ ਮਕਸਦ ਹੈ ਸਫਰੇ ਸ਼ਹਾਦਤ ਦੇ ਦੀਵਾਨਾਂ ਦਾ? ਅਸਲ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਜਿਸ ਪਾਸੇ ਨੂੰ ਗਏ, ਦਮਦਮਾ ਸਾਹਿਬ ਵਾਲਾ ਜਿਹੜਾ ਰੂਟ ਹੈ, ਆਲਮਗੀਰ ਤੋਂ, ਰਾਏਕੋਟ ਤੋਂ, ਮੁਕਤਸਰ ਸਾਹਿਬ ਤੋਂ, ਉੱਥੇ ਗੁਰੂ ਗੋਬਿੰਦ ਸਿੰਘ ਮਾਰਗ ਬਣਿਆ ਹੋਇਆ। ਉੱਥੋਂ ਦੇ ਸਮਾਰਕ ਬਣੇ ਹੋਏ ਨੇ, ਲੋਕਾਂ ਨੂੰ ਪਤਾ ਲੱਗਦਾ ਜਿੱਥੋਂ ਪਰਿਵਾਰ ਵਿਛੜ ਕੇ ਫਿਰ ਮਾਤਾ ਜੀ ਤੇ ਛੋਟੇ ਲਾਲ ਸ਼ਹੀਦੀ ਤੱਕ ਆਉਂਦੇ ਆ। ਉਸ ਮਾਰਗ ਬਾਰੇ ਕਿਸੇ ਨੂੰ ਪਤਾ ਨਹੀਂ ਸੀ ਜੀ। ਜਦੋਂ ਖੋਜ ਕੀਤੀ, ਉਹ ਜਗ੍ਹਾ ਜਿਹੜੀਆਂ ਜੋ ਮੈਂ ਪੜ੍ਹਿਆ, ਸਟੱਡੀ ਕੀਤੀ, ਤੇ ਇੱਕ ਵਾਰ ਕੋਸ਼ਿਸ਼ ਕੀਤੀ ਵੀ ਉਹਨਾਂ ਜਗ੍ਹਾ ਤੇ ਪਹੁੰਚੀਏ, ਜਾ ਕੇ ਵੇਖੀਏ। ਤੇ ਜਦੋਂ ਜਾ ਕੇ ਵੇਖਿਆ ਤੇ ਮਤਲਬ ਉੱਥੋਂ 2-4 ਕਿਲੋਮੀਟਰ ਵਸਣ ਵਾਲੇ ਲੋਕਾਂ ਨੂੰ ਵੀ ਪਤਾ ਨਹੀਂ ਸੀ ਵੀ ਇੱਥੇ ਕੋਈ ਨਿਸ਼ਾਨੀਆਂ ਹੈਗੀਆਂ, ਕੋਈ ਐਡੇ ਮਹੱਤਵਪੂਰਨ ਸਥਾਨ ਨੇ ਕਿ ਮਾਂ ਜੀ ਤੇ ਸਾਹਿਬਜ਼ਾਦਿਆਂ ਨੇ ਇੱਥੇ ਰਾਤ ਗੁਜ਼ਾਰੀ ਹੈ। ਤਾਂ ਵਾਹਿਗੁਰੂ ਜੀ ਨੇ ਸਮੱਤ ਦਿੱਤੀ ਉਸ ਸਫ਼ਰ ਤੇ, ਜਿੱਥੇ ਜਿੱਥੇ ਵੀ ਸਾਹਿਬਜ਼ਾਦਿਆਂ ਨੇ ਜਿਹੜੀ ਰਾਤ ਜਿੱਥੇ ਗੁਜ਼ਾਰੀ ਸੀ, ਇੱਕ ਫੁਰਨਾ ਆਇਆ ਕਿ ਉਹ ਰਾਤ ਉੱਥੇ ਬੈਠ ਕੇ ਗੁਰੂ ਗੁਰੂ ਜਪੀਏ, ਕੁਝ ਅਹਿਸਾਸ ਕਰੀਏ ਵੀ ਉਹ ਕਿਸ ਤਰ੍ਹਾਂ ਦੀ ਰਾਤ ਹੋਏਗੀ। ਤਾਂ ਸ਼ੁਰੂਆਤ ਕੀਤੀ ਤੇ ਕਾਫਲਾ ਬਣਦਾ ਗਿਆ। ਜਿਹੜੀ ਗੱਲ ਸੀ, ਜਦੋਂ ਤੁਰੇ ਅਸੀਂ ਤੇ ਸਹਿਯੋਗ ਮਿਲਿਆ ਮੀਡੀਆ ਦੇ ਨਾਲ, ਉਹ ਗੱਲ ਲੋਕਾਂ ਤੱਕ ਪਹੁੰਚੀ। ਸੋ ਉੱਥੇ ਬੜੀ ਨਿਰਮਲ ਜੀ ਭਾਵਨਾ ਦੇ ਨਾਲ ਕੌਮ ਦੇ ਸਮੂਹ ਰਾਗੀ ਸਾਹਿਬਾਨ, ਔਰ ਵੱਡੀ ਕਮਾਲ ਦੀ ਗੱਲ ਇਹ ਹੈ ਕਿ ਦਰਜਨਾਂ ਚੈਨਲ ਤੇ ਸੈਂਕੜੇ ਰਾਗੀ ਸਾਹਿਬਾਨ ਹਾਜ਼ਰੀ ਭਰਦੇ ਨੇ।
ਕਿਤੇ ਕਿਸੇ ਨੂੰ ਵੀ 1 ਰੁਪਈਆ ਵੀ ਕੋਈ ਖਰਚਾ ਨਹੀਂ ਕੀਤਾ ਜਾਂਦਾ। ਇੱਕ ਪਵਿੱਤਰ ਜਜ਼ਬੇ ਦੇ ਨਾਲ ਸਾਰੇ ਸਮਰਪਿਤ ਹੁੰਦੇ ਨੇ ਤੇ ਉਹ ਪੜਾਅ ਜਿਹੜੇ ਨੇ ਸਾਹਿਬਜ਼ਾਦਿਆਂ ਦੇ ਜਿੱਥੋਂ ਚੱਲ ਕੇ ਸ਼ਹੀਦੀ ਤੱਕ ਮੁਕਾਮ ਤੱਕ ਪਹੁੰਚਦੇ ਆ, ਪੜਾਅ ਵਾਈਜ਼ ਫਿਰ ਉਹੀ ਰਾਤ ਉਸੇ ਜਗ੍ਹਾ, ਇਹ ਬਹੁਤ ਮਹੱਤਵਪੂਰਨ ਹੈ ਕਿ ਉਹੀ ਰਾਤ ਉਸੇ ਜਗ੍ਹਾ ਉਹੀ ਘੜੀਆਂ ਬੈਠ ਕੇ ਇੱਕ ਨਿਰਮਲ ਅਹਿਸਾਸ ਅੰਦਰ ਜਾਗਦਾ ਕਿ ਉਹ ਕਿੱਦਾਂ ਦੀਆਂ ਦੁੱਖ ਭਰੀਆਂ ਰਾਤਾਂ ਹੋਣਗੀਆਂ। ਇਸ ਵਾਰ ਜੇਕਰ ਗੱਲ ਕਰੀਏ ਤਾਂ ਬਹੁਤ ਸਾਰੇ ਕਿਸਾਨ ਭਾਵਾਂ ਕਿ ਦਿੱਲੀ ਦੇ ਵਿੱਚ ਜਾ ਰਹੇ ਨੇ, ਨੌਜਵਾਨ ਪੀੜ੍ਹੀ ਵੀ ਖਾਸ ਕਰਕੇ ਧਰਨਿਆਂ ਤੇ ਬੈਠੀ ਹੋਈ ਹੈ। ਉੱਥੇ ਵੀ ਕਿਤੇ ਨਾ ਕਿਤੇ ਜਿਹੜਾ ਹੈ ਸ਼ਹੀਦੀ ਦਿਹਾੜੇ ਦੇ ਰੰਗ ਦੇ ਵਿੱਚ ਰੰਗੇ ਹੋਏ ਨੌਜਵਾਨ ਦਿਖਾਈ ਦਿੰਦੇ ਨੇ। ਪਰ ਫਤਿਹਗੜ੍ਹ ਸਾਹਿਬ ਦੀ ਗੱਲ ਕਰੀਏ ਜਾਂ ਫਤਿਹਗੜ੍ਹ ਸਾਹਿਬ ਤੋਂ ਇਲਾਵਾ ਹੋਰ ਜਿਹੜੇ ਨੇੜੇ ਗੁਰਧਾਮ ਨੇ, ਉੱਥੇ ਵੀ ਸੰਗਤਾਂ ਮੈਂ ਦੇਖ ਰਿਹਾ ਕਿ ਵੱਡੀ ਗਿਣਤੀ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚ ਰਹੀਆਂ ਨੇ। ਜਿਹੜੀਆਂ ਸੰਗਤਾਂ ਸਾਹਿਬਜ਼ਾਦਿਆਂ ਦੇ ਉਹਨਾਂ ਅਸਥਾਨਾਂ ਦੇ ਦਰਸ਼ਨ ਕਰਨਾ ਚਾਹੁੰਦੀਆਂ ਨੇ ਜਿੱਥੇ ਸਾਹਿਬਜ਼ਾਦੇ ਗਏ, ਉਹਨਾਂ ਨੂੰ ਉਹ ਪੜਾਵਾਂ ਬਾਰੇ ਡਿਟੇਲ ਜ਼ਰੂਰ ਦਿਓ। ਜਿਹੜੇ ਆਉਣਾ ਚਾਹੁਣ, ਦਰਸ਼ਨ ਕਰਨਾ ਚਾਹੁਣ, ਉਹਨਾਂ ਨੂੰ ਕੋਈ ਮੁਸ਼ਕਲ ਨਾ ਆਏ, ਉਹ ਉਹਨਾਂ ਸਥਾਨਾਂ ਦੇ ਦਰਸ਼ਨ ਕਰ ਸਕਣ। ਬਿਲਕੁਲ ਰਣਦੀਪ ਸਿੰਘ ਜੀ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦਾ ਬਹੁਤ ਵੱਡਾ ਹਿੱਸਾ ਹੱਕਾਂ ਦੀ ਲੜਾਈ ਜਿਹੜਾ ਉਹ ਦਿੱਲੀ ਦੀਆਂ ਸੜਕਾਂ ਤੇ ਬੈਠ ਕੇ ਲੜ ਰਿਹਾ ਤੇ ਜਜ਼ਬਾਤ ਉਹਨਾਂ ਦੇ ਅੰਦਰ ਉਹ ਸੀਤ ਰਾਤਾਂ ਠੰਡੇ ਬੁਰਜ ਦੇ ਅਹਿਸਾਸ ਨਾਲ ਹੀ ਕੱਟ ਰਹੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਉਹ ਜਜ਼ਬਾ ਉਹੀ ਕੰਮ ਕਰ ਰਿਹਾ। ਪਰ ਸੰਗਤ ਦੀ ਜਾਣਕਾਰੀ ਹਿੱਤ ਜਿਹੜੀ ਤੁਸੀਂ ਕਿਹਾ ਇਹ ਬੜੀ ਜ਼ਰੂਰੀ ਹੈ। ਐਕਚੁਅਲੀ ਇਹ ਜਿਹੜਾ ਸਫ਼ਰ ਹੈ ਇਹ 6 ਪੋਹ ਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਗੁਰੂ ਸਾਹਿਬ ਜੀ ਦੇ ਪਰਿਵਾਰ ਸਾਹਿਬ ਦਾ ਇਕੱਠਿਆਂ ਤੁਰਨਾ, 7 ਪੋਹ ਦਾ ਅੰਮ੍ਰਿਤ ਵੇਲਾ ਸਰਸਾ ਦੇ ਤੱਟ ਉੱਤੇ ਜਿੱਥੋਂ ਤੱਕ ਸਾਰਾ ਪਰਿਵਾਰ ਇਕੱਠਾ ਹੈ ਤੇ ਨਦੀ ਪਾਰ ਕਰਦਿਆਂ ਸਾਰ ਪਰਿਵਾਰ ਖੇਰੂ ਹੁੰਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਵੱਡੇ ਸਾਹਿਬਜ਼ਾਦੇ ਤੇ ਲਗਭਗ 35-40 ਸਿੰਘਾਂ ਦੇ ਕਰੀਬ ਚਮਕੌਰ ਸਾਹਿਬ ਪਹੁੰਚ ਜਾਂਦੇ ਆ। ਗੁਰੂ ਕੇ ਮਹਿਲ ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ ਜੀ, ਭਾਈ ਮਨੀ ਸਿੰਘ ਜੀ, ਭਾਈ ਧੰਨਾ ਸਿੰਘ, ਭਾਈ ਜਵਾਰ ਸਿੰਘ ਜੀ ਤੇ 2 ਟਹਿਲਣਾ ਨੇ ਬੀਬੋ ਤੇ ਭਾਗੋ ਰਾਤ ਰੋਪੜ ਵਿੱਚ ਕੱਟ ਕੇ, ਉਹ ਵੀ ਯਾਦਗਾਰ ਸਥਾਨ ਬਣ ਗਿਆ ਜਿੱਥੇ ਰਾਤ ਕੱਟੀ ਮਾਤਾਵਾਂ ਨੇ। ਉੱਥੋਂ ਫਿਰ ਉਹ ਦਿੱਲੀ ਵੱਲ ਨੂੰ ਚਲੇ ਜਾਂਦੇ ਆ ਕਿਉਂਕਿ ਭਾਈ ਮਨੀ ਸਿੰਘ ਜੀ ਦੇ ਸਹੁਰੇ ਭਾਈ ਲੱਖੀ ਸ਼ਾਹ ਜੀ ਵਣਜਾਰਾ ਤੇ ਉਹ ਦਿੱਲੀ ਦੇ ਵਾਸੀ ਸਨ ਤੇ ਭਾਈ ਧੰਨਾ ਸਿੰਘ, ਜਵਾਰ ਸਿੰਘ ਜੀ ਜਿਹੜੇ ਉਹ ਦਿੱਲੀ ਦੇ ਰਹਿਣ ਵਾਲੇ। ਤੋ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਉਹਨਾਂ ਝੱਲਾਂ ਬੇਲਿਆਂ ਵਿੱਚ ਦੀ ਜਿਹੜਾ 2 ਨਦੀਆਂ ਦਾ ਸੁਮੇਲ ਹੈ ਸਰਸਾ ਤੇ ਸਤਲੁਜ ਦਾ, ਬਹੁਤ ਵੱਡਾ ਵਹਿਣ ਹੈ। ਉੱਥੇ ਪੱਤਣ ਸੀ ਜਿੱਥੇ ਮਾਤਾ ਜੀ ਛਾਨੇ ਵਿੱਚ ਰੁਕਦੇ ਆ ਤੇ ਉਹ ਕੁੰਮਾ ਮਾਸ਼ਕੀ ਜੀ ਜਿਹੜੇ ਸਨ, ਸਤਿਕਾਰਯੋਗ ਬਾਬਾ ਕੁੰਮਾ ਮਾਸ਼ਕੀ ਜੀ, ਕਰੀਮ ਬਖਸ਼ ਵੈਸੇ ਉਹਨਾਂ ਦਾ ਨਾਂ ਸੀ ਤੇ ਲੋਕ ਕੁੰਮਾ ਮਾਸ਼ਕੀ ਮਲਾਹ ਕਰਕੇ ਜਾਣਦੇ ਸਨ। ਉਹ ਉਸ ਪੱਤਨ ਤੇ ਬੇੜੀ ਦੇ ਮਲਾਹ ਸਨ। ਅੱਜ ਵੀ ਉੱਥੇ ਬੇੜੀ ਪੈ ਰਹੀ ਹੈ, ਮਤਲਬ ਜਿਹੜੇ ਪਾਰਲੇ ਲੋਕ ਆਉਂਦੇ ਨੇ ਅੱਜ ਵੀ ਉਹ ਬੇੜੀ ਦੇ ਆਸਰੇ ਆਉਂਦੇ ਆ। ਉਹਦੀ ਕੱਖਾਂ ਦੀ ਛੱਪਰ ਸੀ, 7 ਪੋਹ ਦੀਆਂ ਸ਼ਾਮਾਂ ਪੈਂਦੀਆਂ ਤੇ ਮਾਤਾ ਜੀ ਸਾਹਿਬਜ਼ਾਦਿਆਂ ਸਮੇਤ ਉੱਥੇ ਜਾਂਦੇ ਆ। ਉੱਥੇ ਨੇੜੇ ਪਿੰਡ ਹੈ ਚੱਕ ਢੇਰਾ, ਉੱਥੋਂ ਦੀ ਰਹਿਣ ਵਾਲੀ ਲక్ష్ਮੀ ਬ੍ਰਾਹਮਣੀ ਆਪਣੇ ਘਰੋਂ ਪ੍ਰਸ਼ਾਦਾ ਪਕਾ ਕੇ ਲਿਆਂਦੀ ਹੈ ਤੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਛਕਾਉਂਦੇ ਆ। ਉੱਥੋਂ ਹੀ ਗੰਗੂ ਮਿਲਦਾ। ਇਹ ਪਹਿਲੀ ਰਾਤ ਸੀ 7 ਪੋਹ ਦੀ ਰਾਤ। ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਪਹੁੰਚ ਗਏ ਨੇ, ਮਾਤਾ ਜੀ ਤੇ ਸਾਹਿਬਜ਼ਾਦੇ ਇੱਥੇ ਨੇ। 8 ਪੋਹ ਨੂੰ ਉੱਥੇ ਸ਼ਹੀਦੀਆਂ ਹੁੰਦੀਆਂ ਸਾਹਿਬਜ਼ਾਦਿਆਂ ਦੀਆਂ ਤੇ ਜਿਹੜੀ 8 ਪੋਹ ਦੀ ਰਾਤ ਆਉਂਦੀ ਹੈ ਉਹ ਉਸ 5 ਸਿੰਘਾਂ ਦੇ ਹੁਕਮ ਨਾਲ ਸਤਿਗੁਰ ਜੀ 9 ਪੋਹ ਨੂੰ ਮਾਛੀਵਾੜੇ ਪਹੁੰਚ ਜਾਂਦੇ ਆ। ਦੂਸਰੇ ਪਾਸੇ ਅਸੀਂ ਇਸ ਸਫ਼ਰ ਦੀ ਗੱਲ ਕਰੀਏ, 7 ਪੋਹ ਦਾ ਪਹਿਲਾ ਪੜਾਅ ਜਿਹਨੂੰ ਅਸੀਂ ਕਹਿੰਦੇ ਆ ਜਿਹੜਾ 21 ਦਸੰਬਰ ਨੂੰ ਆ ਰਿਹਾ, ਉਸ ਜਗ੍ਹਾ ਦੇ ਉੱਤੇ ਰਾਤ ਗੁਜ਼ਾਰਦੇ ਆ। ਬਾਬੇ ਕੁੰਮੇ ਮਾਸ਼ਕੀ ਦੀ ਛਾਨ ਸਰਸਾ ਤੇ ਸਤਲੁਜ ਦਾ ਕਿਨਾਰਾ ਹੈ। ਉੱਥੋਂ ਗੰਗੂ ਮਿਲਦਾ ਪੱਤਨ ਤੋਂ ਤੇ ਉਹ ਆਪਣੇ ਪਿੰਡ ਸਹੇੜੀ ਲੈ ਕੇ ਆਉਂਦਾ ਜਿੱਥੇ ਗੰਗੂ ਦਾ ਘਰ ਸੀ। ਉਹ ਦੂਜਾ ਪੜਾਅ ਆ ਸਫ਼ਰ ਸ਼ਹਾਦਤ ਦਾ, ਮਤਲਬ ਸ਼ਹਾਦਤ ਤੱਕ ਦੇ ਸਫ਼ਰ ਦਾ। ਆਪਾਂ ਗੱਲ ਕਰਦੇ ਪਹਿਲੇ ਪੜਾਅ ਦੀ। ਪਹਿਲੇ ਪੜਾਅ ਤੋਂ ਬਾਅਦ ਫਿਰ ਦੂਜਾ, ਫਿਰ ਤੀਜਾ, ਫਿਰ ਚੌਥਾ ਪੜਾਅ, ਇਹ 4 ਪੜਾਅ ਨੇ ਸਾਹਿਬਜ਼ਾਦਿਆਂ ਦੀ ਸਫ਼ਰੇ ਸ਼ਹਾਦਤ ਦੇ। ਪਹਿਲੇ ਪੜਾਅ ਦੇ ਵਿੱਚ ਕਿੱਦਾਂ ਦੇ ਦੀਵਾਨ ਹੋਣਗੇ? ਤੁਸੀਂ ਬਾਬਾ ਕੁੰਮਾ ਮਾਸ਼ਕੀ ਦੀ ਗੱਲ ਕੀਤੀ ਹੈ, ਫਿਰ ਆਪਾਂ ਅਗਲੀ ਗੱਲ ਕਰਾਂਗੇ ਦੂਜੇ ਪੜਾਅ ਦੀ। ਉੱਥੇ ਸਮਾਗਮ ਕਿਹੋ ਜਿਹੇ ਹੋਣਗੇ, ਕਦੋਂ ਤੋਂ ਕਦੋਂ ਤੱਕ ਚੱਲਣਗੇ, ਇਹ ਵੀ ਡਿਟੇਲ ਜ਼ਰੂਰ ਦਿਓ ਤਾਂ ਕਿ ਜਿਹੜੀ ਸੰਗਤ ਉੱਥੇ ਜਾਣਾ ਚਾਹੁੰਦੀ ਹੈ, ਹਾਜ਼ਰੀ ਭਰਨਾ ਚਾਹੁੰਦੀ ਹੈ, ਉਹ ਸੰਗਤ ਹਾਜ਼ਰੀ ਵੀ ਭਰ ਸਕੇ। ਜਿਹੜਾ ਪਹਿਲੇ ਪੜਾਅ ਦਾ ਸਫ਼ਰ ਹੈ, ਪਹਿਲਾਂ ਤੇ ਰੋਡ ਬਹੁਤ ਮਾੜੇ ਸੀ, ਹੁਣ ਰੋਡ ਬਣ ਗਿਆ, ਬਹੁਤ ਖੂਬਸੂਰਤ ਹੈ। ਬਲਾਚੌਰ ਵਾਲੀ ਨਹਿਰ ਦੀ ਜਿਹੜੀ ਜੀਟੀ ਰੋਡ ਵਾਲੇ ਪਾਸੇ ਦੀ ਪਟੜੀ ਹੈ, ਉਸ ਪਟੜੀ ਤੇ ਸਾਰੇ ਪਾਸੇ ਬੋਰਡ ਲੱਗੇ ਹੋਏ ਆ ਸਫ਼ਰੇ ਸ਼ਹਾਦਤ ਮਾਰਗ। ਉਸ ਮਾਰਗ ਦਾ ਹੀ ਨਾਂ ਸਫ਼ਰੇ ਸ਼ਹਾਦਤ ਮਾਰਗ ਹੈ। ਯਾਤਰੂਆਂ ਨੂੰ ਸੁਵਿਧਾ ਵਾਸਤੇ ਬੋਰਡ ਲੱਗੇ ਹੋਏ ਨੇ। ਪਹਿਲਾ ਦੀਵਾਨ 3 ਵਜੇ ਜਿਹੜਾ ਉਹ ਆਰੰਭ ਕਰ ਦੇਣਾ ਕਿਉਂਕਿ ਦੂਰ ਹੈ, ਪੈਂਡਾ ਵੀ ਵਿਖੜ ਹੈ ਤੇ ਦੂਜਾ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਸਮੇਂ ਸਿਰ ਸਮਾਪਤੀ ਹੋ ਸਕੇ 10 ਵਜੇ ਤੋਂ ਪਹਿਲਾਂ। ਇਸ ਵਾਸਤੇ ਸੰਗਤਾਂ ਨੂੰ ਬੇਨਤੀ ਹੈ ਕਿ ਪਹਿਲੇ ਦੀਵਾਨ ਉੱਤੇ ਲਗਭਗ 4-5 ਵਜੇ ਤੱਕ ਸੰਗਤਾਂ ਪਹੁੰਚ ਜਾਣ ਜੀ, ਤਾਂ ਕਿ ਸਮੇਂ ਸਿਰ ਸਮਾਪਤੀ ਕਰ ਸਕੀਏ। ਉਹ ਉੱਥੇ ਦੀਵਾਨ ਦੇ ਅੰਦਰ ਸ਼੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਕੀਰਤਨੀਏ, ਕੌਮ ਦੇ ਹੋਰ ਜਿਹੜੇ ਸਤਿਕਾਰਤ ਕੀਰਤਨੀਏ ਨੇ ਜਿਨ੍ਹਾਂ ਨੂੰ ਸੰਗਤਾਂ ਸੁਣਨ ਵਾਸਤੇ ਬੜੀ ਕਿਉਰਿਓਸਿਟੀ ਰੱਖਦੀਆਂ,
ਉਹ ਸਾਰੇ ਕੀਰਤਨ ਦੀ ਸੇਵਾ ਨਿਭਾਉਣਗੇ ਤੇ ਦਾਸਰਾ ਗੁਰੂ ਕੀਆਂ ਬਾਤਾਂ ਸਾਹਿਬਜ਼ਾਦਿਆਂ ਦੀਆਂ ਬਾਤਾਂ ਸਾਂਝੀਆਂ ਕਰੇਗਾ। ਸੋ ਪਹਿਲੇ ਪੜਾਅ ਦਾ ਦੀਵਾਨ ਜਿਹੜਾ ਉਸ ਵਕਤੇ ਸ਼ੁਰੂ ਹੋਣਾ ਹੈ ਬਾਕੀਆਂ ਨਾਲੋਂ। ਬਾਕੀ ਦੀਵਾਨ ਜਿਹੜੇ ਉਹ ਸਾਰੇ 6 ਵਜੇ ਸ਼ੁਰੂ ਹੋਣੇ ਆ। ਪਹਿਲਾ ਜਿਹੜਾ ਉਹ ਲਗਭਗ 2:30 ਤੋਂ 3 ਵਜੇ ਤੱਕ ਸ਼ੁਰੂ ਕਰ ਦੇਣਾ ਜੀ। ਦੂਜਾ ਪੜਾਅ ਫਿਰ ਗੰਗੂ ਦੇ ਘਰ ਵਿਖੇ ਹੈ, ਕਿਹੜੀ ਜਗ੍ਹਾ ਤੇ ਹੈ ਉਹ ਦੱਸੋ। ਹਾਂ, ਜਿਹਨੂੰ ਕਦੀ ਗੰਗੂ ਦਾ ਘਰ ਕਿਹਾ ਜਾਂਦਾ ਸੀ, ਅੱਜ ਉਹ ਅਸੀਂ ਕਵਾਂਗੇ ਪੰਥ ਦਾ ਘਰ ਹੈ। ਪੰਥ ਉੱਥੇ ਜੁੜ ਕੇ ਬੈਠਦਾ। ਸਿਹੇੜੀ ਪਿੰਡ ਜਦੋਂ ਅਸੀਂ ਰੋਪੜ ਤੋਂ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਵਾਲਾ ਰੋਡ ਹੈ, ਰੋਪੜ ਤੋਂ ਮਰਿੰਡਾ ਰੋਡ ਨੂੰ ਆਉਂਦੇ ਆ, ਇਹੀ ਦੁਕਾਨ ਸੀ ਵੀ 3 ਕਿਲੋਮੀਟਰ ਤੋਂ ਮਰਿੰਡਾ ਦੂਰ ਹੈ ਤੇ ਮਰਿੰਡੇ ਦੇ ਵਾਸੀ ਕਦੀ ਉਸ ਸਥਾਨ ਤੇ ਨਹੀਂ ਸੀ ਗਏ। ਤੋ ਜਦੋਂ ਉਜਾਗਰ ਹੋਇਆ, ਖਾਸ ਕਰਕੇ ਮੀਡੀਆ ਦੇ ਬੜਾ ਵੱਡਾ ਯੋਗਦਾਨ ਹੈ, ਤੋ ਸੰਗਤ ਤੱਕ ਜਿਹੜੀ ਉਹ ਗੱਲ ਪਹੁੰਚੀ। ਉੱਥੇ ਲੱਖਾਂ ਦਾ ਇਕੱਠ ਹੁੰਦਾ। ਸੋ ਉਹ ਦੂਜਾ ਪੜਾਅ ਜਿਹੜਾ ਉਹ ਗੁਰਦੁਆਰਾ ਅਟਕ ਸਾਹਿਬ ਉਹਦਾ ਨਾਂ ਆ, ਸਿਹੇੜੀ ਪਿੰਡ ਦੇ ਅੰਦਰ। ਉਹ ਸ਼ਾਮੀ 6 ਵਜੇ ਤੋਂ ਰਾਤ 10 ਵਜੇ ਤੱਕ ਜਿਹੜੇ ਆ ਉਹ ਦੀਵਾਨ ਸੱਜਣਗੇ ਜੀ। ਅਗਲੇ ਪੜਾਅ ਬਾਰੇ ਵੀ ਦੱਸੋ, ਫਿਰ ਤੀਜਾ ਪੜਾਅ ਕਿੱਥੇ ਹੈ ਤੇ ਚੌਥਾ ਪੜਾਅ ਕਿੱਥੇ ਹੈ ਤੇ ਕਿੰਨੀ ਕੁ ਸੰਗਤ ਹੁੰਦੀ ਹੈ, ਕਿਵੇਂ ਦਾ ਮਾਹੌਲ ਹੁੰਦਾ ਹੈ ਜਦੋਂ ਇਹ ਪੜਾਵਾਂ ਦੇ ਦੌਰਾਨ ਸਾਹਿਬਜ਼ਾਦਿਆਂ ਦੀਆਂ ਗੱਲਾਂ ਹੁੰਦੀਆਂ ਨੇ, ਉਹਨਾਂ ਦਾ ਇਤਿਹਾਸ ਸੰਗਤ ਨੂੰ ਸੁਣਾਇਆ ਜਾਂਦਾ ਹੈ। ਕਿਉਂਕਿ ਹਰ ਸਿੱਖ ਦੀ ਅੱਖ ਤਾਂ ਨਮ ਹੁੰਦੀ ਇਤਿਹਾਸ ਨੂੰ ਪੜ੍ਹ ਕੇ, ਪਰ ਉਹ ਮਾਹੌਲ ਕਿਹੋ ਜਿਹਾ ਹੁੰਦਾ ਹੈ ਜਿਹਦਾ ਆਨੰਦ ਅਸੀਂ ਮਾਣ ਸਕੀਏ। ਇਹ ਦੂਜਾ ਪੜਾਅ 8 ਪੋਹ ਨੂੰ ਮਤਲਬ 22 ਦਸੰਬਰ ਨੂੰ ਹੈ। ਇਹ ਉਹ ਸਥਾਨ ਹੈ ਜਿੱਥੇ ਗੰਗੂ ਨੇ ਰਾਤ ਸਾਹਿਬਜ਼ਾਦਿਆਂ ਨੂੰ ਰੱਖਿਆ ਤੇ ਲੋਭ ਵਿੱਚ ਆ ਕੇ ਜਗੀਰਾਂ ਦੇ ਲਾਲਚ ਦੇ ਵੱਸ ਹੋ ਕੇ ਹਕੂਮਤ ਦੇ ਕੋਲ ਖਬਰ ਪਹੁੰਚਾਉਂਦਾ। ਮਰਿੰਡੇ ਦੇ ਵਿੱਚ ਥਾਣਾ ਸੀ, ਕੋਤਵਾਲੀ ਸੀ, ਉੱਥੋਂ ਦੇ ਕੋਤਵਾਲ ਜਾਨੀ ਖਾਂ ਤੇ ਮਾਨੀ ਖਾਂ ਨੂੰ ਖਬਰ ਦਿੰਦਾ ਤੇ ਉਹ 9 ਪੋਹ ਨੂੰ ਆ ਕੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰ ਲੈਂਦੇ ਆ, ਕੋਤਵਾਲੀ ਵਿੱਚ ਲੈ ਜਾਂਦੇ ਨੇ। 9 ਪੋਹ ਦੀ ਰਾਤ ਸਾਹਿਬਜ਼ਾਦੇ ਤੇ ਮਾਤਾ ਜੀ ਤੀਜਾ ਪੜਾਅ ਜਿਹੜਾ ਕੋਤਵਾਲੀ ਸਾਹਿਬ ਦਾ ਮਰਿੰਡੇ ਦੇ ਵਿੱਚ ਕੱਟਦੇ ਆ। ਉਹ ਬਾਜ਼ਾਰ ਦੇ ਅੰਦਰ ਜਾ ਕੇ ਗੁਰਦੁਆਰਾ ਸਾਹਿਬ ਹੈ। ਬਹੁਤ ਹੁਣ ਉਹਦੀ ਜਿਹੜੀ ਆ ਵਿਸ਼ੇਸ਼ ਤਰੱਕੀ ਹੋ ਰਹੀ ਹੈ। ਅੱਗੇ ਬੜੀ ਕੰਜਸਟਡ ਜੀ ਜਗ੍ਹਾ ਸੀ, ਹੁਣ ਜਗ੍ਹਾ ਬਹੁਤ ਖੁੱਲ੍ਹ ਗਈ ਆ। ਸੋ ਉੱਥੇ ਵੀ ਸੰਗਤਾਂ ਬੇਸ਼ੁਮਾਰ ਬਹੁਤ ਵੱਡੀ ਗਿਣਤੀ 'ਚ, ਮਤਲਬ ਸੰਗਤ ਦਾ ਇਕੱਠ ਅਸੀਂ ਲੱਖਾਂ ਵਿੱਚ ਕਹਿ ਸਕਦੇ ਹਾਂ ਜੀ। ਇੱਦਾਂ ਦੀ ਸੰਗਤ ਦਾ ਜਜ਼ਬਾ ਹੁੰਦਾ ਔਰ ਬੜੀ ਵਿਰਾਗ ਵਾਲਾ, ਕਿਉਂਕਿ ਇਹ ਸਮਾਗਮ ਮਹਿਜ਼ ਇੱਕ ਕੀਰਤਨ ਦਰਬਾਰ ਨਹੀਂ ਹੈ, ਇੱਕ ਅਹਿਸਾਸ ਹੈ। ਅਸੀਂ ਉਸ ਸਫ਼ਰ ਦੇ ਪਾਂਧੀ ਬਣ ਕੇ ਅਹਿਸਾਸ ਕਰਦੇ ਹਾਂ ਕਿ ਅਸੀਂ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੇ ਨਾਲ ਨਾਲ ਚੱਲ ਰਹੇ ਹਾਂ। ਤੇ ਜਿੱਥੇ ਇੱਕ ਡੂੰਘਾ ਅਹਿਸਾਸ ਹੈ ਸ਼ਹੀਦੀਆਂ ਦਾ, ਉੱਥੇ ਸਾਡਾ ਆਤਮ ਮੰਥਨ ਵੀ ਹੈ ਕਿ ਉਹਨਾਂ ਨੇ ਕੀ ਕੀਤਾ ਸੀ ਤੇ ਅਸੀਂ ਕਿੱਥੇ ਖੜੇ ਹਾਂ। ਸੋ ਇਹ ਤੀਸਰਾ ਪੜਾਅ ਹੈ 9 ਪੋਹ 23 ਦਸੰਬਰ ਦਾ। ਤੇ ਉੱਥੋਂ ਮੁੜ ਕੇ ਕੈਦੀ ਬਣਾ ਕੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਮਰਿੰਡਾ ਤੋਂ ਸਰਹੰਦ ਲਿਆਂਦਾ ਜਾਂਦਾ। ਬਾਹਰਲੀ ਸਰਦਲ ਤੇ ਰੱਥ ਉਹ ਗੱਡੀ ਰੋਕੀ ਜਾਂਦੀ ਹੈ, ਬੰਦ ਗੱਡੀ, ਬੈਲ ਗੱਡੀਆਂ ਜਾਂ ਘੋੜੇ ਵਾਲੀਆਂ ਗੱਡੀਆਂ ਹੁੰਦੀਆਂ ਸੀ। ਉੱਥੋਂ ਫਿਰ ਸੂਬੇ ਦੇ ਹੁਕਮ ਨਾਲ 140 ਫੁੱਟ ਉੱਚੇ ਮੀਨਾਰ ਵਿੱਚ ਸਾਹਿਬਜ਼ਾਦਿਆਂ ਨੂੰ, ਜਿਹਨੂੰ ਠੰਡਾ ਬੁਰਜ ਕਿਹਾ ਜਾਂਦਾ ਸੀ, ਉੱਥੇ ਪਹੁੰਚਾਇਆ ਜਾਂਦਾ। ਉਹ ਚੌਥਾ ਪੜਾਅ ਆ 10 ਪੋਹ ਦਾ 24 ਦਸੰਬਰ ਦਾ ਜਿਹੜਾ ਆਉਣਾ। ਸੋ ਇਹ ਜਿਹੜੇ ਸਮਾਗਮ ਨੇ, ਹੁਣ ਮਰਿੰਡੇ ਵਾਲਾ ਸਮਾਗਮ ਉਹ ਸਿੱਖਾਂ ਵਾਲੀ ਕੋਠੜੀ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ, ਜਿਹਦੇ ਅੰਦਰ ਉਹ ਮੈਂ ਕਹਿੰਦਾ ਬਹੁਤ ਵੱਡੇ ਐਵੀਡੈਂਸ ਨੇ। ਇੱਕ ਇੱਕ ਇੱਟ ਵੀ ਜਿਹੜੀ ਹੈ ਨਾ ਉਸ ਵਕਤ ਦੀ, ਉਹ ਸਾਡੇ ਇਤਿਹਾਸ ਦੇ ਐਵੀਡੈਂਸ ਹੈ, ਉਹ ਗਵਾਹੀ ਭਰਦੀ ਹੈ ਕਿ ਇੱਥੇ ਕਿੱਦਾਂ ਦਾ ਮੁਗਲ ਰਾਜ ਹੋਏਗਾ। ਸੋ ਉਸ ਕੋਠੜੀ ਦੇ ਬਿਲਕੁਲ ਅਗਲੇ ਪਾਸੇ ਉਹਦੇ ਦਰਵਾਜ਼ੇ ਦੇ ਅੱਗੇ ਬੈਠ ਕੇ ਦੀਵਾਨ ਸਜਾਉਂਦੇ ਆ। ਠੰਡੇ ਬੁਰਜ ਦਾ ਦੀਵਾਨ ਵੀ ਦੀਵਾਨ ਹਾਲ ਦੀ ਬਜਾਏ ਠੰਡੇ ਬੁਰਜ ਦੇ ਚਰਨ ਕੁੰਡ ਦੇ ਕੋਲ ਉਹਦੀ ਸਰਦਲ ਦੇ ਉੱਤੇ, ਤਾਂ ਕਿ ਸਾਨੂੰ ਅਹਿਸਾਸ ਹੋਏ ਕਿ ਠੰਡੇ ਬੁਰਜ ਵਿੱਚ ਰਾਤਾਂ ਕਿਵੇਂ ਦੀਆਂ ਗੁਜ਼ਰੀਆਂ ਸਨ। ਸੋ ਸੰਗਤ ਬਹੁਤ ਵਿਰਾਗ ਵਿੱਚ ਹੁੰਦੀ ਹੈ ਔਰ ਇੱਕ ਵੱਖਰੀ ਫੀਲਿੰਗ ਨਾਲ ਆਉਂਦੇ ਹੀ ਉਹ ਲੋਕ ਨੇ ਜਿਹੜੇ ਇਸ ਭਾਵਨਾ ਤੇ ਜਜ਼ਬੇ ਨਾਲ ਭਰੇ ਹੁੰਦੇ ਨੇ ਕਿ ਸਾਹਿਬਜ਼ਾਦਿਆਂ ਦੀ ਕਮਾਈ ਸਦਕਾ ਸਾਡੇ ਘਰ ਅੱਜ ਵਸ ਰਹੇ ਆ। ਇਹ ਤਾਂ ਸੀ ਦੀਵਾਨਾਂ ਦੀ ਗੱਲ ਹੈ। ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ, ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਕਿਉਂਕਿ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਨੂੰ ਨਿੱਕੀਆਂ ਜਿੰਦਾਂ ਵੱਡੀ ਸ਼ਹਾਦਤ ਦਾ ਨਾਮ ਦਿੱਤਾ ਜਾਂਦਾ ਹੈ, ਨਿੱਕੀਆਂ ਜਿੰਦਾਂ ਨੇ ਵੱਡੀ ਸ਼ਹਾਦਤ ਕੀਤੀ। ਇਹੋ ਜਿਹੀ ਸ਼ਹਾਦਤ ਦੁਨੀਆ ਦੇ ਇਤਿਹਾਸ ਦੇ ਵਿੱਚ ਸ਼ਾਇਦ ਕਿਤੇ ਨਹੀਂ ਮਿਲਦੀ ਕਿ ਵਜ਼ੀਰ ਖਾਨ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦੇ ਰਿਹਾ ਹੈ, ਤਰ੍ਹਾਂ ਤਰ੍ਹਾਂ ਦੇ ਡਰਾਵੇ ਦੇ ਰਿਹਾ ਹੈ, ਫਿਰ ਵੀ ਸਾਹਿਬਜ਼ਾਦੇ ਡਰਦੇ ਨਹੀਂ, ਘਬਰਾਉਂਦੇ ਨਹੀਂ, ਸਗੋਂ ਸੂਬੇ ਸਰਹੰਦ ਨੂੰ ਤੋੜ ਕੇ ਜਵਾਬ ਦਿੰਦੇ ਨੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਬੁਲਾਉਂਦੇ ਨੇ। ਫਿਰ ਉਹਨਾਂ ਦੀ ਸ਼ਹਾਦਤ ਵੀ ਹੁੰਦੀ ਹੈ ਇਸ ਪਾਵਨ ਪਵਿੱਤਰ ਧਰਤੀ ਤੇ। ਅੱਜ ਦੀ ਨੌਜਵਾਨ ਪੀੜ੍ਹੀ ਕਿੱਥੇ ਖੜੀ ਹੈ? ਤੁਸੀਂ ਨੌਜਵਾਨ ਪੀੜ੍ਹੀ ਨੂੰ ਤੇ ਉਸ ਸਮੇਂ ਦੇ ਇਤਿਹਾਸ ਨੂੰ ਕਿੱਦਾਂ ਦੇਖਦੇ ਹੋ? ਕੀ ਸੰਦੇਸ਼ ਦੇਣਾ ਚਾਹੋਗੇ ਇਸ ਨੂੰ? ਰਣਦੀਪ ਸਿੰਘ ਜੀ, ਜੇ ਅੱਜ ਦੇ ਸੰਦਰਭ ਵਿੱਚ ਦੇਖੀਏ ਐਟ ਪ੍ਰੈਜ਼ੈਂਟ, ਤੇ ਸਾਡੀ ਜ਼ਿੰਮੇਵਾਰੀ ਪਿਛਲੇ ਵਰ੍ਹਿਆਂ ਨਾਲੋਂ ਵੱਡੀ ਹੋ ਰਹੀ ਹੈ, ਕਿਉਂਕਿ ਨੌਜਵਾਨਾਂ ਦੇ ਜਜ਼ਬੇ ਵਿੱਚ ਕੋਈ ਕਮੀ ਨਹੀਂ ਹੈ। ਭਾਵੇਂ ਲਹਿਰ ਜਿਹੜੀ ਸੀ ਸਾਡੀ ਅਵੱਗਿਆ ਕਰਕੇ
ਮੈਂ ਸਮਝਾਂਗਾ ਆਪਣੀ ਜ਼ਿੰਮੇਵਾਰੀ ਲੈ ਕੇ ਕਿ ਅਸੀਂ ਗੁਰੂ ਦੀ ਬਾਤ ਉਹਨਾਂ ਤੱਕ ਨਹੀਂ ਪਹੁੰਚਾ ਸਕੇ। ਉਹ ਪਤਿਤ ਵੀ ਹੋ ਗਏ, ਪੰਜਾਬ ਦੀ ਜਵਾਨੀ ਦਾ ਕੁਝ ਹਿੱਸਾ ਨਸ਼ਿਆਂ ਦਾ ਵੀ ਸ਼ਿਕਾਰ ਹੋਇਆ। ਪਰ ਅੱਜ ਆਪਾਂ ਜਜ਼ਬਾ ਵੇਖ ਲਿਆ ਦਿੱਲੀ ਦੀਆਂ ਸੜਕਾਂ ਉੱਤੇ। ਜ਼ਿੰਮੇਵਾਰੀ ਇਸ ਲਈ ਵੱਡੀ ਹੋ ਜਾਂਦੀ ਹੈ ਕਿ ਉਸ ਜਜ਼ਬੇ ਨੂੰ ਪਿਆਰ ਕਲਾਵੇ 'ਚ ਲੈ ਕੇ ਸਹੀ ਡਾਇਰੈਕਸ਼ਨ ਕਿਵੇਂ ਦੇਣੀ ਹੈ। ਨੌਜਵਾਨਾਂ 'ਚ ਜਜ਼ਬੇ ਦੀ ਕਮੀ ਨਹੀਂ ਹੈ, ਪਰ ਸਾਨੂੰ ਇਹ ਮੰਨਣਾ ਪਏਗਾ ਕਿ ਜਿਨ੍ਹਾਂ ਨੇ ਅਸੀਂ ਜ਼ਿੰਮੇਵਾਰੀ ਨਿਭਾਉਣੀ ਸੀ, ਅਸੀਂ ਸਹੀ ਢੰਗ ਨਾਲ ਜ਼ਿੰਮੇਵਾਰੀ ਨਹੀਂ ਨਿਭਾ ਸਕੇ। ਅੱਜ ਲੋੜ ਬਹੁਤ ਵੱਡੀ ਬਣ ਜਾਂਦੀ ਹੈ ਕਿ ਅਸੀਂ ਫੇਸ ਟੂ ਫੇਸ ਬੱਚਿਆਂ ਨਾਲ ਜੁੜ ਕੇ ਸੁਹਿਰਦਤਾ ਦੇ ਨਾਲ ਇੱਕ ਬੱਚੇ ਨੂੰ ਗੁਰੂ ਗੋਬਿੰਦ ਸਿੰਘ ਦੀ ਫੁਲਵਾੜੀ ਦਾ ਫੁੱਲ ਜਾਣ ਕੇ, ਗੁਰੂ ਗੋਬਿੰਦ ਸਿੰਘ ਦੇ ਖਜ਼ਾਨੇ ਦਾ ਹੀਰਾ ਜਾਣ ਕੇ ਉਹਨੂੰ ਸਾਂਭਣ ਦਾ ਯਤਨ ਕਰੀਏ। ਔਰ ਉਹਦੇ ਵਾਸਤੇ ਮਨ ਮਾਰ ਕੇ ਕੰਮ ਕਰਨ ਦੀ ਲੋੜ ਹੈ। ਸਿਰਫ ਦੋਸ਼ ਇੱਕ ਦੂਜੇ ਦੇ ਮੜ ਕੇ ਨਹੀਂ ਸਰਨਾ। ਬੱਚੇ ਸੁਹਿਰਦ ਨੇ, ਸੁਚੇਤ ਨੇ, ਸੁਣਨਾ ਚਾਹੁੰਦੇ ਨੇ, ਪਰ ਅਸੀਂ ਆਪਣੀ ਕਮੀ ਦੂਰ ਕਰਕੇ, ਖਾਸ ਕਰਕੇ ਹਉਮੈ ਤੇ ਆਪਸੀ ਜਿਹੜੀ ਖਹਿਬਾਜ਼ੀ ਆ। ਤੁਸੀਂ ਧਰਨੇ ਤੇ ਵੀ ਗਏ ਸੀਗੇ ਦਿੱਲੀ ਦੇ ਵਿੱਚ, ਤੁਹਾਨੂੰ ਕੀ ਨਜ਼ਰ ਆਇਆ? ਕਿਤੇ ਨਾ ਕਿਤੇ ਇਤਿਹਾਸ ਦੀ ਚਿਣਗ ਨੌਜਵਾਨਾਂ ਦੇ ਵਿੱਚ ਹੈ। ਇਤਿਹਾਸ ਦੀ ਚਿਣਗ ਕਰਕੇ ਇੰਨਾ ਨੌਜਵਾਨ ਇਕੱਠਾ ਹੋਇਆ ਜਾਂ ਕੋਈ ਹੋਰ ਕਾਰਨ ਵੀ ਆ ਕਿ ਇੰਨਾ ਵੱਡਾ ਧਰਨਾ ਸਰਕਾਰ ਨੂੰ ਕਦੇ ਇਹ ਕਿਆਸ ਰਾਈਆਂ ਸਰਕਾਰ ਨੂੰ ਕਦੇ ਯਕੀਨ ਵੀ ਨਹੀਂ ਹੋਏਗਾ ਕਿ ਇੰਨੇ ਲੋਕ ਆ ਸਕਦੇ ਆ, ਇੰਨੀ ਵੱਡੀ ਨੌਜਵਾਨ ਪੀੜ੍ਹੀ ਉੱਥੇ ਪਹੁੰਚ ਸਕਦੀ ਹੈ। ਤੁਹਾਨੂੰ ਕੀ ਲੱਗਦਾ ਕਿਤੇ ਨਾ ਕਿਤੇ ਉਹਨਾਂ ਦੇ ਪਿੱਛੇ ਇਤਿਹਾਸ ਕੰਮ ਕਰ ਰਿਹਾ? ਹਾਂ ਬਿਲਕੁਲ ਜੀ, ਮੈਂ ਇਸ ਗੱਲ ਨਾਲ 100% ਸਹਿਮਤ ਹਾਂ ਕਿ ਜਿਹੜੇ ਆਗੂ ਨੇ ਉਹਨਾਂ ਨੂੰ ਜਿਹੜੀ ਸੁਹਿਰਦਤਾ ਨਾਲ, ਸੰਜੀਦਗੀ ਨਾਲ ਕੰਮ ਕਰ ਰਹੇ ਆ, ਉਹਨਾਂ ਦੀ ਨੀਅਤ ਤੇ ਕੋਈ ਸ਼ੱਕ ਨਹੀਂ ਹੈ। ਉਹ ਬੜਾ ਵਧੀਆ ਕੰਮ ਕਰ ਰਹੇ ਨੇ। ਆਸ ਕਰਦੇ ਆ ਉਹ ਇਸੇ ਨਿਰਮਲਤਾ ਦੇ ਨਾਲ, ਨਿਰਮਲ ਬਿਰਤੀ ਦੇ ਨਾਲ ਉਹ ਅਗਵਾਈ ਕਰਦੇ ਰਹਿਣਗੇ। ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਪੰਜਾਬ ਦਾ ਨੌਜਵਾਨ ਲਬਾਲਬ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਸਪਿਰਿਟ ਨਾਲ ਭਰਿਆ ਹੋਇਆ। ਉਹਨਾਂ ਦੇ ਬੋਲੇ ਸੋਨਿਹਾਲ ਦੇ ਜਕਾਰੇ ਉਸੇ ਤਰ੍ਹਾਂ ਨੇ ਜਿਵੇਂ ਇਸ ਜਿਹੜੀ ਜਗ੍ਹਾ ਦੇ ਉੱਤੇ ਵਜੀਦੇ ਦੀ ਸਭਾ ਦੇ ਵਿੱਚ ਸਾਹਿਬਜ਼ਾਦਿਆਂ ਨੇ ਗਜਾ ਕੇ ਜ਼ੁਲਮੀ ਰਾਜ ਦੀਆਂ ਕੰਧਾਂ ਹਿਲਾ ਦਿੱਤੀਆਂ ਸੀ। ਉਸੇ ਜਜ਼ਬੇ ਦੇ ਨਾਲ ਚਟਾਨਾਂ ਵਰਗੀਆਂ ਜਿਹੜੀਆਂ ਅੱਗੇ ਰੋਕਾਂ ਸੀ, ਉਹ ਬੋਲੇ ਸੋਨਿਹਾਲ ਦੇ ਜਕਾਰਿਆਂ ਦੇ ਜੋਸ਼ ਨੇ ਉਡਾ ਕੇ ਰੱਖ ਦਿੱਤੀਆਂ। ਸੁਹਿਰਦ ਆਗੂ ਅੱਗੇ ਲੱਗੇ ਨੇ, ਬੜੀ ਚੰਗੀ ਗੱਲ ਹੈ। ਉਹ ਪ੍ਰੋਗਰਾਮ ਦੇਣ, ਉਹਨਾਂ ਦੀ ਹੋਸ਼ ਤੇ ਸਾਡੇ ਨੌਜਵਾਨਾਂ ਦਾ ਜੋਸ਼। ਜਦੋਂ ਉਹਨਾਂ ਨੂੰ ਮੈਂ ਉੱਥੇ ਵੀ ਜਾ ਕੇ ਸਾਹਿਬਜ਼ਾਦਿਆਂ ਦੀ ਬਾਤ ਕੀਤੀ ਤੇ ਜਕਾਰਿਆਂ ਨਾਲ ਅਸਮਾਨ ਗੁੰਜਾ ਦਿੱਤਾ, ਉਹਨਾਂ ਦੇ ਅੰਦਰ ਇਹ ਗੱਲ ਪੂਰੀ ਜਿਹੜੀ ਹੈ ਲਟ ਬਲਦੀ ਹੈ। ਤੇ ਵਾਕਈ ਸਾਡਾ ਇਤਿਹਾਸ ਜਿੱਥੇ ਸਾਨੂੰ ਸਰਬੱਤ ਦੇ ਭਲੇ ਦੀ ਪ੍ਰੇਰਨਾ ਦਿੰਦਾ, ਅਸੀਂ ਤਤਪਰ ਹਾਂ ਸਰਬੱਤ ਦੇ ਭਲੇ ਲਈ, ਵਚਨਬੱਧ ਹਾਂ, ਉੱਥੇ ਸਾਨੂੰ ਪੰਥ ਦੇ ਬੋਲਬਾਲੇ ਲਈ ਤੇ ਜ਼ੁਲਮ ਦਾ ਟਾਕਰਾ ਕਰਨ ਦੀ ਸ਼ਕਤੀ ਵੀ ਦੇ ਰਿਹਾ, ਜਿਹੜੀ ਉਹ ਬੱਚੇ ਲੈ ਰਹੇ ਨੇ ਪੂਰੀ ਤਰ੍ਹਾਂ। ਮਤਲਬ ਜ਼ੁਲਮ ਦੇ ਖਿਲਾਫ ਚਾਹੇ ਉਹ ਕਿਸੇ ਵੀ ਸਰਕਾਰ ਦੇ ਵੱਲੋਂ ਸਮੇਂ-ਸਮੇਂ ਤੇ ਕੀਤਾ ਜਾਂਦਾ ਰਿਹਾ, ਮੁਗਲ ਸਰਕਾਰਾਂ ਦੇ ਵੇਲੇ, ਉਸ ਤੋਂ ਬਾਅਦ ਦੀਆਂ ਸਰਕਾਰਾਂ ਦੇ ਵੇਲੇ, ਜਦੋਂ ਵੀ ਕਦੇ ਜ਼ੁਲਮ ਹੋਇਆ ਹੈ, ਜੇਕਰ ਉਸ ਦਾ ਮੁਕਾਬਲਾ ਕਰਨ ਦੀ ਸ਼ਕਤੀ ਮਿਲੀ ਹੈ, ਤਾਕਤ ਮਿਲੀ ਹੈ, ਤਾਂ ਉਹ ਸਾਹਿਬਜ਼ਾਦਿਆਂ ਦੀ ਇੰਨੀ ਵੱਡੀ ਕੁਰਬਾਨੀ ਦੇ ਵਿੱਚੋਂ ਮਿਲੀ ਹੈ। ਨੈਚੁਰਲੀ ਹੈ ਜੀ। ਤੁਸੀਂ ਵੇਖੋ ਵੀ ਲੇਹ ਦੇ ਬਾਰਡਰ ਤੇ ਜਾ ਕੇ ਦੇਸ਼ ਦਾ ਗ੍ਰਹਿ ਮੰਤਰੀ ਸਿੱਖ ਯੂਨਿਟ ਨੂੰ ਕਹਿੰਦਾ ਕਿ ਬੋਲੇ ਸੋਨਿਹਾਲ ਦਾ ਜਕਾਰਾ ਲਾਓ, ਜੋਸ਼ ਵਿੱਚ ਲਾਓ। ਇਹ ਬੋਲੇ ਸੋਨਿਹਾਲ ਦੇ ਜਕਾਰਿਆਂ ਦੀ ਲੋੜ ਪੈਂਦੀ ਹੈ ਜਦੋਂ ਸੰਘਰਸ਼ ਲੜਨਾ ਹੁੰਦਾ। ਤੇ ਠੀਕ ਹੈ, ਸਾਡਾ ਫਰਜ਼ ਆ, ਅਸੀਂ ਨਾਰਮਲ ਵੀ ਉਹਨਾਂ ਨੂੰ ਚੇਤੇ ਰਖਾਉਣਾ ਆਪਣੇ ਬੱਚਿਆਂ ਨੂੰ। ਪਰ ਸਾਡੇ ਦੇਸ਼ ਦੇ ਅੰਦਰ ਜਦੋਂ ਵੀ ਕਿਤੇ ਵਿਦੇਸ਼ੀ ਹਮਲਾਵਰ ਆਏ ਜਾਂ ਉਹਨਾਂ ਦੇ ਜੰਗ ਛਿੜੀ ਹੈ, ਤੇ ਉੱਥੇ ਬੋਲੇ ਸੋਨਿਹਾਲ ਦੇ ਜਕਾਰਿਆਂ ਨੇ ਫਤਿਹ ਦਵਾਈ ਹੈ। ਤੋ ਇਹ ਜਕਾਰੇ ਜਿੱਥੇ ਸਾਰੀ ਮਨੁੱਖਤਾ ਦੇ ਭਲੇ ਵਾਸਤੇ ਆ, ਉੱਥੇ ਜਿਹੜੇ ਵਤਨ ਦੇ ਵਿੱਚ ਅਸੀਂ ਰਹਿ ਰਹੇ ਹਾਂ, ਅਸੀਂ ਉਹਦੇ ਵਾਸਤੇ ਵੀ ਜਿਹੜੀ ਆ ਉਹ ਜਵਾਬਦੇਹ ਆ ਵੀ ਭਾਈ ਸਾਡੀ ਇਸ ਵਤਨ ਨਾਲ, ਇਸ ਦੇਸ਼ ਨਾਲ ਵੀ ਕਮਿਟਮੈਂਟ ਹੈ। ਸੋ ਸਾਡੇ ਉਹ ਜਕਾਰੇ ਜਿੱਥੇ ਬਾਰਡਰਾਂ ਤੇ ਜੋਸ਼ ਭਰਦੇ ਆ, ਉੱਥੇ ਆਪਣੇ ਹੱਕ ਲੈਣ ਵਾਸਤੇ ਵੀ ਜੋਸ਼ ਭਰ ਰਹੇ। ਇੱਕ ਸਮੇਂ-ਸਮੇਂ ਤੇ ਮੰਗ ਉੱਠਦੀ ਰਹਿੰਦੀ ਹੈ, ਕਦੇ ਕਿਸੇ ਵੱਲੋਂ ਮੰਗ ਕੀਤੀ ਜਾਂਦੀ ਹੈ, ਕਦੇ ਕੋਈ ਮੰਗ ਕਰਦਾ ਹੈ ਕਿ ਛੋਟੇ ਸਾਹਿਬਜ਼ਾਦਿਆਂ ਦੇ ਨਾਮ ਤੋਂ ਚਿਲਡਰਨ ਡੇ ਸ਼ੁਰੂ ਹੋਣਾ ਚਾਹੀਦਾ ਹੈ। ਤੁਹਾਨੂੰ ਕੀ ਲੱਗਦਾ ਹੈ, ਇਹ ਮੰਗ ਜਾਇਜ਼ ਹੈ ਜਾਂ ਗਲਤ ਹੈ ਜਾਂ ਠੀਕ ਹੈ? ਬਹੁਤ ਕਮਾਲ ਦਾ ਸਵਾਲ, ਤੁਸੀਂ ਬੜਾ ਜ਼ਰੂਰੀ ਸਵਾਲ ਮਨਦੀਪ ਸਿੰਘ ਜੀ ਪੁੱਛਿਆ। ਵੇਖੋ, ਮੈਂ ਇੱਕ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਇਸ ਦਰ ਦਾ ਸੇਵਾਦਾਰ ਹੋਣ ਦੇ ਨਾਤੇ, ਕਿ ਜਦੋਂ ਗੱਲ ਅਸੀਂ ਆਪਣੀ ਨਜ਼ਰੀਏ ਨਾਲ ਕਹਿੰਦੇ ਹਾਂ ਛੋਟੇ, ਪਰ ਵਾਸਤਵ ਦੇ ਵਿੱਚ ਉਹ ਛੋਟੇ ਨਹੀਂ ਹਨ। ਅਸੀਂ ਆਪਣੇ ਨਜ਼ਰੀਏ ਤੋਂ ਕਹਿੰਦੇ ਹਾਂ ਉਮਰਾਂ ਛੋਟੀਆਂ, ਵਾਸਤਵ 'ਚ ਉਮਰ ਛੋਟੀ ਨਹੀਂ, ਉਹ ਸਦੀਵੀ ਨੇ। ਉਮਰ ਛੋਟੀ ਹੁੰਦੀ ਹੈ ਜਿਹੜੀ ਮੁੱਕ ਜਾਂਦੀ ਹੈ। ਉਹ ਸਰੀਰ ਵੇਖ ਰਹੇ ਹਾਂ, ਪਰ ਉਹ ਰੱਬੀ ਜੋਤਾਂ ਸਦਾ ਅਮਰ ਨੇ। ਉਹਨਾਂ ਦੀ ਜਿਹੜੀ ਆਰਬਲ ਹੈ ਉਹ ਮੈਂ ਕਹਿੰਦਾ ਅਮੁੱਕ ਹੈ। ਤੇ ਉਹ ਛੋਟੇ ਨਹੀਂ, ਸਾਡੇ ਬਾਬੇ ਨੇ। ਅਸੀਂ ਉਹਨਾਂ ਨੂੰ ਬਾਬੇ ਜਾਣ ਕੇ ਸਿਰ ਝੁਕਾਉਂਦੇ ਹਾਂ, ਉਹ ਨਾਦਾਨ ਬੱਚੇ ਨਹੀਂ ਹਨ। ਹਾਂ, ਜੇ ਪਿਛਲੀ ਦਿਨੀ ਹਕੂਮਤ ਦੇ ਵਿੱਚ ਬੈਠੇ ਹੋਏ ਕੁਝ ਬੰਦਿਆਂ ਨੇ ਵੀ ਮੰਗ ਕੀਤੀ ਸੀ, ਜੇ ਵਾਕਈ ਇੰਨੇ ਸੁਹਿਰਦ ਨੇ ਨਾ ਉਹ ਵੀਰ, ਵੀ ਉਹ ਚਾਹੁੰਦੇ ਨੇ ਕਿ ਅਸੀਂ ਸਿੱਖ ਇਤਿਹਾਸ ਦੀ ਯਾਦ ਲੋਕਾਂ ਤੱਕ ਪਹੁੰਚਾਉਣੀ ਹੈ, ਤੇ ਫਿਰ ਉਹ ਇਹ ਉਦਮ ਕਰਨ ਕਿ ਜਿਨ੍ਹਾਂ ਦੀ ਕੁਰਬਾਨੀ ਸਦਕਾ ਦਿੱਲੀ ਵਸ ਰਹੀ ਹੈ, ਗੁਰੂ ਤੇਗ ਬਹਾਦਰ ਜੀ,
ਜਿਨ੍ਹਾਂ ਦੀ ਕੁਰਬਾਨੀ ਸਦਕਾ ਇਹ ਇੱਥੇ ਧਰਮ ਜਿਉਂਦਾ ਹੈ, ਇਹ ਦੇਸ਼ ਵਸਦਾ ਪਿਆ, ਇਹਦਾ ਨਕਸ਼ਾ ਇਹ ਮੌਜੂਦ ਹੈ। ਦਿੱਲੀ ਦੇ 에ਅਰਪੋਰਟ ਦਾ ਨਾਂ ਉਹ ਗੁਰੂ ਤੇਗ ਬਹਾਦਰ ਮਹਾਰਾਜ ਦੇ ਨਾਂ ਤੇ ਰਖਾਉਣ, ਜਿਹੜਾ ਨਾਂ ਜਿਹੜਾ ਉਹ 3 ਦਿਨ ਸਿੱਖਾਂ ਦੀ ਕਤਲੇਆਮ ਕਰਾਉਣ ਜਿਹਦੇ ਕਰਕੇ ਹੋਈ, ਉਹਨਾਂ ਦੇ ਨਾਂ ਤੇ ਰੱਖਿਆ ਹੋਇਆ। ਤੇ ਜੇ ਵਾਕਈ ਕੋਈ ਸੁਹਿਰਦਤਾ ਨਾਲ ਕੰਮ ਕਰਨਾ ਹੈ, ਜੇ ਚਾਹੁੰਦੇ ਆ ਵੀ ਇਤਿਹਾਸ ਲੋਕਾਂ ਤੱਕ ਪਹੁੰਚੇ, ਤੇ ਫਿਰ ਕਰਜ਼ਾ ਸਾਡੇ ਸਿਰ ਤੇ ਗੁਰੂ ਤੇਗ ਬਹਾਦਰ ਮਹਾਰਾਜ ਦਾ। ਇਹ ਸ਼ੁਰੂਆਤ ਕਰਨ ਕਿ ਅਸੀਂ ਦਿੱਲੀ ਇੰਟਰਨੈਸ਼ਨਲ 에ਅਰਪੋਰਟ ਦਾ ਨਾਂ ਜਿਹੜਾ ਉਹ ਗੁਰੂ ਤੇਗ ਬਹਾਦਰ ਮਹਾਰਾਜ ਦੇ ਨਾਂ ਤੇ ਰਖਾਵਾਂਗੇ, ਤਾਂ ਕਿ ਵਿਸ਼ਵ ਭਰ ਤੋਂ ਆਉਣ ਵਾਲੇ ਯਾਤਰੂਆਂ ਨੂੰ ਪਤਾ ਲੱਗੇ ਕਿ ਗੁਰੂ ਤੇਗ ਬਹਾਦਰ ਮਹਾਰਾਜ ਕੌਣ ਸਨ। ਜੇ ਸੱਚੀ ਕਰਨਾ ਚਾਹੁੰਦੇ ਆ, ਵਾਸਤਵ ਵਿੱਚ ਉਹ ਗੁਰੂ ਕੇ ਲਾਲ ਸਾਡੇ ਲਈ ਬੱਚੇ ਨਹੀਂ, ਸਾਡੇ ਮਹਾਂਪੁਰਖ ਹਨ, ਸਾਡੇ ਬਾਬਾ ਜੀ ਹਨ। ਸਾਡੇ ਵਾਸਤੇ ਉਹ ਰੱਬ ਨੇ ਜੋ ਵੀ ਸ਼ਬਦ ਵਰਤੀ ਹੈ, ਬ੍ਰਹਮ ਗਿਆਨੀ ਜਾਂ ਰੱਬ ਵਿੱਚ ਲੀਨ, ਅਸੀਂ ਉਹਨਾਂ ਨੂੰ ਛੋਟੇ ਨਹੀਂ ਮੰਨਦੇ। ਹਰ ਸਾਲ ਜਦੋਂ ਵੀ ਆਪਾਂ ਦੇਖਦੇ ਹਾਂ, ਜਦੋਂ ਕ੍ਰਿਸਮਸ ਦੇ ਦਿਨ ਆਉਂਦੇ ਨੇ, ਉਸ ਵਕਤ ਸਿੱਖ ਨੌਜਵਾਨ ਬੱਚੇ ਬੱਚੀਆਂ ਦੇ ਵੱਲੋਂ ਵੀ ਉਹ ਦਿਨ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ। ਕੋਈ ਵੀ ਧਰਮ ਮਾੜਾ ਨਹੀਂ, ਚਾਹੇ ਉਹ ਈਸਾਈ ਧਰਮ ਹੋਵੇ, ਸਿੱਖ ਧਰਮ ਉਸ ਦਾ ਵੀ ਸਤਿਕਾਰ ਕਰਦਾ ਹੈ, ਹਿੰਦੂ ਧਰਮ ਹੋਵੇ, ਇਸਲਾਮ ਹੋਵੇ, ਸਾਰਿਆਂ ਦਾ ਅਸੀਂ ਸਤਿਕਾਰ ਕਰਦੇ ਹਾਂ। ਸਾਰੇ ਆਪਣੇ ਆਪਣੇ ਢੰਗ ਦੇ ਨਾਲ ਗੁਰਪੁਰਬ, ਇਤਿਹਾਸਕ ਦਿਹਾੜੇ ਮਨਾਉਣ। ਪਰ ਸਿੱਖ ਬੱਚਿਆਂ ਦੇ ਲਈ, ਨੌਜਵਾਨਾਂ ਦੇ ਲਈ ਕੀ ਸੰਦੇਸ਼ ਹੈ ਇਸ ਮੌਕੇ ਤੇ ਹੋਣਾ ਚਾਹੀਦਾ ਹੈ ਕਿ ਬੱਚੇ ਸਾਹਿਬਜ਼ਾਦਿਆਂ ਦੀ ਜੀਵਨ ਤੋਂ ਸਿੱਖਿਆ ਲੈ ਸਕਣ? ਉਹਨਾਂ ਨੂੰ ਇਹ ਜਿਹੜਾ ਦਿਹਾੜਾ ਹੈ ਕਿਸ ਢੰਗ ਦੇ ਨਾਲ ਸੈਲੀਬ੍ਰੇਟ ਕਰਨਾ ਚਾਹੀਦਾ ਹੈ, ਕਿਵੇਂ ਉਹਨਾਂ ਨੂੰ ਮਨਾਉਣਾ ਚਾਹੀਦਾ? ਇਹਦੇ ਵਾਸਤੇ ਪਿਛਲੇ ਸਮੇਂ ਤੋਂ ਇੱਕ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕੀਤਾ, ਡੁੱਲੇ ਲਹੂ ਦੀ ਇਹ ਵੰਗਾਰ, ਸਾਡਾ ਵਿਰਸਾ ਸਾਡਾ ਪਰਿਵਾਰ। ਇਸ ਬੈਨਰ ਹੇਠ ਸਫਰੇ ਸ਼ਹਾਦਤ ਕਾਫਲੇ ਵੱਲੋਂ ਸਾਰੇ ਪੰਥ ਦੇ ਸਹਿਯੋਗ ਦੇ ਨਾਲ, ਔਰ ਖਾਸ ਕਰਕੇ ਵਿਦੇਸ਼ਾਂ ਵਿੱਚ ਇਹ ਬੜਾ ਸਕਸੈਸ ਹੋਇਆ। ਵੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਾਨੂੰ ਹਰ ਪੈਗੰਬਰ ਦੀ, ਹਰ ਧਰਮ ਦੇ ਅਵਤਾਰ ਦੀ, ਆਗੂ ਦੀ ਪੂਰੀ ਰਿਸਪੈਕਟ ਕਰਨੀ ਚਾਹੀਦੀ ਹੈ, ਜੇ ਸਾਨੂੰ ਆਪਣੇ ਗੁਰੂਆਂ ਦੀ ਰਿਸਪੈਕਟ ਦੀ ਲੋੜ ਹੈ। ਸੋ ਅਸੀਂ ਹਰ ਧਰਮ ਦੀ ਇੱਜ਼ਤ ਕਰਨੀ ਹੈ। ਅਸੀਂ ਮੁਸਲਮਾਨ ਵੀਰਾਂ ਨੂੰ ਈਦ ਦੀ ਮੁਬਾਰਕ ਦਿੰਦੇ ਹਾਂ, ਹਿੰਦੂ ਵੀਰਾਂ ਨੂੰ ਉਹਨਾਂ ਦੇ ਪੁਰਬਾਂ ਦੀ ਵਧਾਈ ਦਿੰਦੇ ਹਾਂ, ਕ੍ਰਿਸਚਨ ਵੀਰਾਂ ਨੂੰ ਜ਼ਰੂਰ ਸੈਲੀਬ੍ਰੇਟ ਵੀ ਕਰੋ, ਉਹਨਾਂ ਨਾਲ ਸ਼ੇਅਰ ਕਰੋ ਖੁਸ਼ੀਆਂ, ਬੜੀ ਚੰਗੀ ਗੱਲ ਹੈ। ਐਪਰੀਸ਼ੀਏਟ ਵੀ ਕਰੋ, ਸਾਡੇ ਬੱਚੇ ਉਹਨਾਂ ਨਾਲ ਪੜ੍ਹਦੇ ਨੇ, ਸਮਾਜਿਕ ਸਾਂਝ ਹੈ, ਬੜੀ ਚੰਗੀ ਗੱਲ ਹੈ। ਪਰ ਨਾਲ ਇਹ ਅੱਤ ਲੋੜੀਂਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਇਹ ਦੱਸੀਏ ਕਿ 25 ਦਸੰਬਰ ਕੁਝ ਹੋਰ ਵੀ ਵਾਪਰਿਆ ਸੀ, ਜਦੋਂ ਸਾਹਿਬ ਦੇ ਲਾਲਾਂ ਨੇ ਧਰਮ ਦੀਆਂ ਨੀਹਾਂ ਪੱਕੀਆਂ ਕਰਨ ਵਾਸਤੇ ਠੰਡੇ ਬੁਰਜ ਦੀ ਤਸ਼ੱਦਦ ਨੂੰ ਆਪਣੇ ਪਿੰਡੇ ਤੋਂ ਝੱਲ ਰਹੇ ਸਨ। ਤੇ ਉਹ ਅਹਿਸਾਸ ਸਾਨੂੰ ਕਦੀ ਨਾ ਭੁੱਲੇ, ਕਿਤੇ ਅਸੀਂ ਪੱਬਾਂ ਕਲੱਬਾਂ ਵਿੱਚ ਨਾ ਗਵਾਚ ਜਾਈਏ, ਜਿਸ ਤਰ੍ਹਾਂ ਦਾ ਬਾਹਰ ਦਾ ਕਲਚਰ ਬਣ ਗਿਆ ਵੀ ਅੱਜ ਕ੍ਰਿਸਮਸ ਹੈ ਤੇ ਜੋ ਕੁਝ ਉੱਥੇ ਹੋ ਰਿਹਾ ਉਹ ਬਹੁਤਾਤ ਵਿੱਚ ਜਿਹੜਾ ਉਹ ਬੜਾ ਸਿੱਖੀ ਕਲਚਰ ਤੋਂ ਅਲੱਗ ਹੋ ਰਿਹਾ। ਤੋ ਬੜੀ ਜ਼ਰੂਰੀ ਬੇਨਤੀ ਹੈ, ਖਾਸ ਕਰਕੇ ਵਿਦੇਸ਼ਾਂ 'ਚ ਬੈਠੇ ਸਿੱਖਾਂ ਨੂੰ, ਕਿ ਇਸ ਦਿਨ ਨੂੰ ਸਾਡਾ ਵਿਰਸਾ, ਡੁੱਲੇ ਲਹੂ ਦੀ ਵੰਗਾਰ, ਸਾਡਾ ਵਿਰਸਾ ਸਾਡਾ ਪਰਿਵਾਰ, ਉਹਦੇ ਲਈ ਮੈਂ ਇਹ ਦੱਸਣਾ ਚਾਹੁੰਦਾ ਕਿ ਕੁਝ ਪ੍ਰੋਗਰਾਮ ਦਿੱਤੇ ਨੇ ਕਿ ਬੱਚਿਆਂ ਨੂੰ ਮੁਹੱਲਿਆਂ ਵਿੱਚ, ਗੁਰਦੁਆਰਿਆਂ 'ਚ, ਜਿੱਥੇ ਵੀ ਤੁਸੀਂ ਇਕੱਠੇ ਕਰ ਸਕਦੇ ਹੋ, ਉਹਨਾਂ ਨੂੰ ਸਾਹਿਬਜ਼ਾਦਿਆਂ ਦੀ ਇੱਕ ਸਾਖੀ ਸੁਣਾਉਣੀ ਹੈ। ਉਹਨਾਂ ਦੇ ਕੋਲੋਂ ਸਵਾਲ ਜਵਾਬ ਕਰੋ, ਉਹਨਾਂ ਨੂੰ ਪ੍ਰਾਈਜ਼ ਦਿਓ, ਐਪਰੀਸ਼ੀਏਟ ਕਰੋ, ਸ਼ਾਬਾਸ਼ ਦਿਓ। ਜਿਹੜੇ ਲੋਕ, ਮੈਂ ਕਹਿੰਦਾ ਫਿਰ ਸਾਡੀ ਵਗਿਆ ਕਰਕੇ ਪਤਤ ਹੋ ਗਏ, ਦੂਰ ਹੋ ਗਏ ਸਿੱਖੀ ਤੋਂ, ਉਹਨਾਂ ਨੂੰ ਵੀ ਪਿਆਰ ਕਲਾਵੇ 'ਚ ਲੈ ਕੇ, ਭਾਵੇਂ ਉਹ ਕੇਸ ਕਟਾ ਚੁੱਕੇ ਨੇ, ਉਹਨਾਂ ਦੇ ਸਿਰ ਤੇ ਕੋਈ 2 ਮੀਟਰ ਦਾ ਕੱਪੜਾ ਬੰਨ੍ਹ ਕੇ ਉਹਨਾਂ ਨੂੰ ਚੇਤਾ ਕਰਵਾਈਏ ਕਿ ਤੁਸੀਂ ਸਾਹਿਬਜ਼ਾਦਿਆਂ ਦੇ ਵਾਰਸ ਹੋ, ਤੁਹਾਡੀਆਂ ਜੜ੍ਹਾਂ ਜਿਹੜੀਆਂ ਇੱਥੇ ਜੁੜੀਆਂ ਹੋਈਆਂ। ਇੰਨਾ ਕੁ ਚੇਤਾ ਜਿਹੜਾ ਅੱਜ ਦੇ ਦਿਨ ਜ਼ਰੂਰ ਕਰ ਲਓ, ਆਪਣੇ ਪਰਿਵਾਰਾਂ 'ਚ ਬੈਠ ਕੇ ਜ਼ਰੂਰ। ਮਾਪਿਆਂ ਦਾ ਫਰਜ਼ ਹੈ ਵੀ ਉਹ ਚੇਤਾ ਕਰਾਉਣ, ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਦਾ ਫਰਜ਼ ਹੈ, ਸਭਾ ਸੁਸਾਇਟੀਆਂ ਦਾ ਫਰਜ਼ ਹੈ ਕਿ ਇਦਾਂ ਦੇ ਪ੍ਰੋਗਰਾਮ ਉਲੀਕ ਕੇ 25 ਦਸੰਬਰ ਨੂੰ ਕੌਮੀ ਤਿਉਹਾਰ ਬਣਾ ਕੇ ਸਾਡਾ ਵਿਰਸਾ ਸਾਡਾ ਪਰਿਵਾਰ, ਇੱਕ ਐਨਾਲਿਸਿਸ ਹੈ ਕਿ ਸਾਡਾ ਵਿਰਸਾ ਕੀ ਕਹਿ ਰਿਹਾ ਤੇ ਸਾਡਾ ਪਰਿਵਾਰ ਕਿੱਥੇ ਖੜਾ। ਸੋ ਕਹਿੰਦੇ ਪਹਿਲਾਂ ਜਦੋਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਆਉਂਦਾ ਸੀ, ਕੋਈ ਵੀ ਇਹਨਾਂ ਦਿਨਾਂ ਦੇ ਵਿੱਚ ਵਿਆਹ ਨਹੀਂ ਸੀ ਰੱਖਦਾ। ਅੱਜ ਵੀ ਬਹੁਤ ਜਿਹੜੇ ਪਰਿਵਾਰ ਨੇ ਉਹ ਵਿਆਹ ਸ਼ਾਦੀਆਂ ਇਹਨਾਂ ਦਿਨਾਂ ਦੇ ਵਿੱਚ ਨਹੀਂ ਰੱਖਦੇ। ਦੂਜੇ ਪਾਸੇ ਇਹ ਵੀ ਮੰਨਿਆ ਜਾਂਦਾ ਰਿਹਾ ਹੈ ਕਿ ਫਤਿਹਗੜ੍ਹ ਸਾਹਿਬ ਦੇ ਜਾਂ ਸਰਹੰਦ ਦੇ ਆਸ-ਪਾਸ ਜਿੰਨੇ ਵੀ ਸਿੱਖ ਪਰਿਵਾਰ ਹੁੰਦੇ ਸਨ, ਉਹ ਜ਼ਮੀਨ ਤੇ ਸੌਂਦੇ ਸੀ ਇਹਨਾਂ ਦਿਨਾਂ ਦੇ ਵਿੱਚ, ਅਹਿਸਾਸ ਕਰਨ ਦੇ ਲਈ ਕਿ ਪੋਹ ਦੀਆਂ ਠੰਡੀਆਂ ਰਾਤਾਂ ਦੇ ਵਿੱਚ ਸਾਹਿਬਜ਼ਾਦਿਆਂ ਨੇ ਕਿਵੇਂ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰੀ ਜੀ ਦੀ ਗੋਦ ਦਾ ਨਿੱਘ ਮਾਣ ਕੇ ਰਾਤਾਂ ਕੱਟੀਆਂ ਹੋਣਗੀਆਂ। ਉਹ ਜ਼ਮੀਨ ਤੇ ਭੁੰਜੇ ਸੌਂਦੇ ਹੋਣਗੇ। ਉਹ ਅਹਿਸਾਸ ਕਰਨ ਦੇ ਲਈ ਕੀ ਅੱਜ ਵੀ ਇਸ ਏਰੀਏ ਦੇ ਵਿੱਚ ਲੋਕ ਹੇਠਾਂ ਸੌਂਦੇ ਨੇ? ਵੇਖੋ, ਸਿੱਖੀ ਦੇ ਅੰਦਰ ਹੱਠ ਵਾਸਤੇ ਕੋਈ ਜਗ੍ਹਾ ਨਹੀਂ ਹੈ। ਇਹ ਹੱਠ ਨਹੀਂ ਹੈ ਵੀ ਅਸੀਂ ਜਾਣ ਕੇ ਬਿਸਤਰਾ ਹੈਗਾ ਤੇ ਜਾਣ ਕੇ ਕਸ਼ਟ ਝੱਲਣਾ, ਪਰ ਇੱਕ ਸਿਮਰਨ ਹੈ, ਮਤਲਬ ਯਾਦ ਹੈ। ਹਰਖ ਸੋਗ ਵੀ ਸਿੱਖੀ ਦੇ ਅੰਦਰ ਇੱਕ ਸਮਾਨ ਹੀ ਹੈ, ਹਰਖ ਸੋਗ ਤੇ ਰਹਿ ਨਿਆਰਾ ਨਾਹੇ ਮਾਨ ਅਪਮਾਨਾ। ਪਰ ਇੱਕ ਨਾ ਫੀਲਿੰਗ ਹੁੰਦੀ ਹੈ ਜੀ, ਉਹ ਫੀਲਿੰਗ ਆਪਣੇ ਅੰਦਰ ਜਗਾਉਣ ਵਾਸਤੇ ਅੱਜ ਵੀ ਇਦਾਂ ਹੀ ਹੁੰਦਾ ਜੀ। ਬਹੁਤ ਸਾਰੇ ਬਜ਼ੁਰਗ ਜਿਹੜੇ ਦਾਨੇ ਨੇ,
ਉਹ ਉਸੇ ਤਰ੍ਹਾਂ ਬੜੇ ਵਿਰਾਗ ਵਿੱਚ। ਹੁਣ ਤੇ ਇੱਥੇ ਮੈਂਟੈਲਿਟੀ ਬਦਲ ਗਈ ਹੈ ਜੀ, ਵਾਹਿਗੁਰੂ ਨੇ ਐਸੀ ਕਿਰਪਾ ਕੀਤੀ ਆ। ਮੈਂ ਜਦੋਂ ਆਇਆ ਸੀ ਉਹਨਾਂ ਸਮਿਆਂ ਵਿੱਚ ਆ ਕੇ ਵੇਖਿਆ ਸੀ, ਮੇਲੇ ਵਰਗਾ ਮਾਹੌਲ ਹੁੰਦਾ ਸੀ, ਬੜੀ ਅਜੀਬ ਹੂਟਿੰਗ ਹੁੰਦੀ ਸੀ, ਨਾਚ ਗਾਣੇ ਤੱਕ ਹੁੰਦੇ ਸੀ ਜੀ। ਤੇ ਗੁਰੂ ਸਾਹਿਬ ਜੀ ਦੀ ਕਿਰਪਾ, ਕਲਾਵਰਤੀ ਸਾਹਿਬ ਨੇ ਆਪ ਜਿਵੇਂ ਵੀ ਸੇਵਾਵਾਂ ਲਈਆਂ, ਲੋਕਾਂ ਤੱਕ ਸੁਨੇਹਾ ਪਹੁੰਚਿਆ। ਹੁਣ ਬੜੇ ਵੇਖੋ, ਇੱਕ ਹੋਰ ਸ਼ਬਦ ਮੈਂ ਵਰਤਾਂਗਾ, ਇੱਕ ਹੁੰਦਾ ਜਿਹੜਾ ਦੁਖਾਂਤਮਈ ਮਾਹੌਲ, ਇੱਕ ਹੁੰਦਾ ਵਿਰਾਗਮਈ। ਤੋ ਕਈ ਵਾਰੀ ਅਸੀਂ ਕਹਿੰਦੇ ਹਾਂ, ਸ਼ਬਦ ਵਰਤਦੇ ਜੀ ਸੋਗਮਈ। ਸੋਗਮਈ ਤੇ ਵਿਰਾਗਮਈ 'ਚ ਬੜਾ ਫਰਕ ਹੈ। ਸੋਗ ਢਹਿੰਦੀ ਕਲਾ ਦਾ ਪ੍ਰਤੀਕ ਹੈ, ਮਾਯੂਸੀ ਦਾ, ਉਦਾਸੀ ਦਾ ਪ੍ਰਤੀਕ ਹੈ। ਵਿਰਾਗ ਪ੍ਰੇਮ ਵਿੱਚੋਂ ਉਪਜਦਾ। ਸੋ ਵਿਰਾਗ ਉਸਾਰੂ ਹੁੰਦਾ, ਵਿਰਾਗ ਮਿਲਾਪ ਦਾ ਇੱਕ ਵਸੀਲਾ ਹੁੰਦਾ। ਸੋ ਉਸ ਵਿਰਾਗ ਵਿੱਚ ਅੱਜ ਯੂਥ ਜਦੋਂ ਜੁੜਦਾ, ਮੈਂ ਰਾਤ ਦੇ 2-2 ਵਜੇ ਤੱਕ ਫਿਰ ਕੇ ਵੇਖਦਾ ਕਿ ਯੂਥ ਸੇਵਾ 'ਚ ਵੀ ਲੱਗਿਆ ਹੁੰਦਾ ਤੇ ਵਿਰਾਗ 'ਚ ਹੰਝੂ ਵੀ ਵਹਾ ਰਿਹਾ ਹੁੰਦਾ। ਉਹ ਨਿਰਮਲ ਹੰਝੂ ਕਮਜ਼ੋਰੀ ਨਹੀਂ ਹਨ, ਅੰਦਰ ਦਾ ਪਿਆਰ ਉਮੜ ਰਿਹਾ ਹੁੰਦਾ। ਸੋ ਇਹ ਜਿਹੜੇ ਛੋਟੇ ਗੱਲਾਂ ਨੇ, ਹੇਠਾਂ ਸੌਣਾ, ਮਹਿਸੂਸ ਕਰਨਾ, ਵਿਰਾਗ ਆਉਣਾ, ਸੱਚੀ ਮੁੱਚੀ ਸਾਡੇ ਪੱਥਰ ਦਿਲ ਦੇ ਪੰਘਰਨ ਦੀ ਨਿਸ਼ਾਨੀ ਹੈ। ਤੇ ਜਦੋਂ ਇਹ ਕੋਮਲ ਹੁੰਦਾ, ਇਹ ਦਇਆਵੰਦ ਕੋਮਲ ਹਿਰਦੇ ਵਿੱਚ ਹੀ ਧਰਮ ਦਾ ਬੂਟਾ ਲੱਗਦਾ। ਇਸ ਲਈ ਇਹ ਬਹੁਤ ਲਾਜ਼ਮੀ ਹੈ ਕਿ ਜਿਹੜੇ ਤਰੀਕੇ ਨਾਲ ਵੀ ਸਾਨੂੰ ਯਾਦ ਆਉਂਦੀ ਹੈ, ਸਿਮਰਨ ਹੁੰਦਾ, ਅਸੀਂ ਉਹਨਾਂ ਨੂੰ ਚੇਤੇ ਕਰਕੇ ਮਹਿਸੂਸ ਕਰਦੇ ਹਾਂ, ਉਹ ਕਰਮ ਜ਼ਰੂਰ ਕਰਨੇ ਚਾਹੀਦੇ। ਔਰ ਬਜ਼ੁਰਗ ਇੱਦਾਂ ਕਰਦੇ ਆ ਜੀ। ਆਖਰੀ ਸਵਾਲ, ਧਰਨੇ ਦੇ ਚੱਲਦਿਆਂ ਹੋਇਆਂ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਕੋਈ ਸੰਗਤਾਂ ਦੀ ਰੌਣਕ ਦੇ ਵਿੱਚ ਕੋਈ ਕਮੀ ਆ ਰਹੀ ਹੈ, ਜਾਂ ਕੀ ਪ੍ਰੋਗਰਾਮ ਹੋਣਗੇ ਆਉਣ ਵਾਲੇ ਦਿਨਾਂ ਦੇ ਵਿੱਚ? ਕਿੰਨੀ ਤਰੀਕ ਤੋਂ ਲੈ ਕੇ ਕਿੰਨੀ ਤਰੀਕ ਤੱਕ ਇਸ ਵਾਰ ਇਸ ਧਰਤੀ ਦੇ ਉੱਪਰ ਧਾਰਮਿਕ ਸਮਾਗਮ ਕੀਤੇ ਜਾਣਗੇ? ਪਹਿਲੀ ਗੱਲ ਤੇ ਸੰਗਤ ਦੀ ਕਮੀ ਨਹੀਂ ਆ ਰਹੀ ਜੀ, ਸਗੋਂ ਜਿੰਨੀ ਸੰਗਤ ਦਿੱਲੀ ਨੂੰ ਜਾ ਰਹੀ ਹੈ, ਹਰ ਰੋਜ਼ ਮਤਲਬ 500 ਤੋਂ ਲੈ ਕੇ 800-900 ਤੱਕ ਟਰਾਲੀ ਜਿਹੜੀ ਆ, ਮਾਝੇ ਦਾ ਏਰੀਆ ਸਾਰਾ ਦੁਆਬਾ, ਇਹ ਜਿਹੜਾ ਗੇਟ ਆਫ ਵੇ ਆ, ਇੱਥੋਂ ਦੀ ਗੁਜ਼ਰਦੀ ਹੈ। ਤੇ ਕੋਈ ਵੀ ਐਸਾ ਜਾਣ ਵਾਲਾ ਨਹੀਂ ਹੈ ਜਿਹੜਾ ਮੱਥਾ ਟੇਕ ਕੇ ਨਾ ਜਾਏ। ਇੱਥੋਂ ਤੱਕ ਪਿਛਲੇ ਦਿਨੀ ਪਹਿਲਵਾਨਾਂ ਨੇ, ਪਲੇਅਰਾਂ ਨੇ ਆਪਣੇ ਅਵਾਰਡ ਵਾਪਸ ਕੀਤੇ, ਫਤਿਹਗੜ੍ਹ ਸਾਹਿਬ ਅਰਦਾਸ ਕਰਕੇ ਤੁਰੇ। ਯੂਨੀਅਨਾਂ ਜਿੱਦਣ ਪਹਿਲੇ ਦਿਨ ਸ਼ੰਭੂ ਬੈਰੀਅਰ ਤੋੜਨ ਗਈਆਂ, ਅਰਦਾਸ ਕਰਕੇ ਤੁਰੀਆਂ। ਇੱਥੋਂ ਜੋਸ਼ ਤੇ ਹੋਸ਼ ਲੈ ਕੇ ਜਾਂਦੇ। ਜੋਸ਼ ਤੇ ਹੋਸ਼, ਬਿਲਕੁਲ ਜੀ। ਤੋ ਇਹ ਬਿਲਕੁਲ ਸਹੀ ਤੁਸੀਂ ਕਿਹਾ। ਤੋ ਇਹ ਇੱਥੇ ਰੌਣਕਾਂ ਘਟੀਆਂ ਨਹੀਂ, ਸਗੋਂ ਵੱਧ ਰਹੀਆਂ। ਇੱਥੋਂ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਰੱਤੇ ਹੋਏ ਉਹ ਪਿਆਰੇ ਜਜ਼ਬਾ ਲੈ ਕੇ ਜਾ ਰਹੇ ਨੇ। ਤੇ ਮੈਂ ਅਰਦਾਸ ਕਰਦਾ ਵੀ ਜਾਣ ਵੀ ਇਸੇ ਰੰਗ 'ਚ, ਤਾਂ ਕਿ ਉਹਨਾਂ ਦਾ ਕਰੈਕਟਰ, ਉਹਨਾਂ ਦਾ ਕਿਰਦਾਰ, ਇਖਲਾਕ ਸਾਹਿਬਜ਼ਾਦਿਆਂ ਵਰਗਾ ਹੋਵੇ, ਜਿਹਦੀ ਅੱਜ ਚਰਚਾ ਵਿਸ਼ਵ ਭਰ 'ਚ ਹੋ ਰਹੀ ਹੈ। ਦਿੱਲੀ ਦੀਆਂ ਧੀਆਂ ਰਾਤ ਦੇ 11-11 ਵਜੇ ਤੱਕ ਉੱਥੇ ਸੇਵਾ ਕਰਕੇ ਜਿਹੜੀ ਤਾਰੀਫ ਸਿੱਖਾਂ ਦੇ ਜਾਂ ਪੰਜਾਬੀਆਂ ਦੇ ਕਰੈਕਟਰ ਦੀ ਕਰ ਰਹੀ ਆ, ਉਹ ਰੰਗ ਇੱਥੋਂ ਹੀ ਚੜ੍ਹ ਰਿਹਾ। ਗਿਣਤੀ ਤੇ ਵੱਧ ਰਹੀ ਆ, ਘਟ ਨਹੀਂ ਰਹੀ, ਇਸ ਚਿੰਤਾ ਨਹੀਂ ਕੋਈ ਵੀ। ਦੂਸਰੀ ਗੱਲ, ਜਿਹੜੇ ਸਮਾਗਮਾਂ ਦੀ ਲੜੀ ਆ, ਸਫਰੇ ਸ਼ਹਾਦਤ ਦੇ ਸਮਾਗਮ 21, 22, 23, 24 ਦੇ ਨੇ। ਜਿਹੜੇ ਮੁੱਖ ਸ਼ਹੀਦੀ ਦਿਹਾੜੇ ਨੇ ਉਹ 25, 26 ਤੇ 27 ਤਰੀਕ ਦੇ ਆ। 27 ਨੂੰ ਸ਼ਹੀਦੀ ਨਗਰ ਕੀਰਤਨ ਹੈ, ਵੈਸੇ 28 ਨੂੰ ਵੀ ਦੀਵਾਨ ਸੱਜਣਾ। ਇਸ ਵਾਰੀ ਉਚੇਚਾ ਉਦਮ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ, ਉਹ ਹੈ 26 ਤਰੀਕ ਨੂੰ ਸਿੱਖ ਇਸਤਰੀ ਕਾਨਫਰੰਸ ਮਾਂ ਗੁਜਰੀ ਜੀ ਨੂੰ ਸਮਰਪਿਤ, ਤਾਂ ਕਿ ਬੈਠ ਕੇ ਚਿੰਤਨ ਕਰ ਸਕੀਏ ਕਿ ਅਸੀਂ ਕਿੱਥੇ ਖੜੇ ਹਾਂ। ਤੇ ਉਹਨਾਂ, ਜੇ ਸਿੱਖ ਬੀਬੀਆਂ ਜਾਗ ਪੈਂਦੀਆਂ ਨੇ ਤੇ ਸਮਝ ਲਓ ਵੀ ਪੀੜ੍ਹੀਆਂ ਜਾਗ ਪੈਂਦੀਆਂ। ਤੋ ਇੱਕ ਬੜਾ ਪਿਆਰਾ ਉਦਮ ਹੈ, ਚੰਗੀ ਪਹਿਲ ਹੈ। ਹੁਣ ਸਕੂਲ ਕਾਲਜ ਬੰਦ ਨੇ, ਅਗਲੀ ਵਾਰੀ ਇੱਕ ਦਿਨ ਜਿਹੜੀ ਹੈ ਇੱਦਾਂ ਦੀ ਕਾਨਫਰੰਸ ਜਿਹੜੀ ਆ ਯੂਥ ਦੀ ਵੀ ਕਰਿਆ ਕਰਾਂਗੇ, ਵਾਹਿਗੁਰੂ ਕਿਰਪਾ ਕਰਨ। ਸੋ ਇਸ ਵਾਰੀ ਸਿੱਖ ਬੀਬੀਆਂ ਦੀ ਸਿੱਖ ਚੇਤਨਾ ਵਾਸਤੇ ਜਿਹੜੀ ਆ ਉਹ ਕਾਨਫਰੰਸ 26 ਤਰੀਕ ਨੂੰ 11 ਵਜੇ ਤੋਂ 2 ਵਜੇ ਤੱਕ ਵਿਸ਼ੇਸ਼ ਹੋ ਰਹੀ ਹੈ। ਧੰਨਵਾਦ ਭਾਈ ਸਾਹਿਬ ਜੀ, ਤੁਸੀਂ ਇਹ ਸਾਰੀ ਜਾਣਕਾਰੀ ਦਿੱਤੀ, ਛੋਟੇ ਸਾਹਿਬਜ਼ਾਦਿਆਂ ਦੇ ਇਤਿਹਾਸ ਦੇ ਉੱਪਰ ਵੀ ਚਾਨਣਾ ਪਾਇਆ। ਇਹ ਸਨ ਗਿਆਨੀ ਹਰਪਾਲ ਸਿੰਘ, ਮੁੱਖ ਗ੍ਰੰਥੀ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਸਾਡੇ ਨਾਲ ਗੱਲਬਾਤ ਕਰ ਰਹੇ ਸਨ। ਸ੍ਰੀ ਫਤਿਹਗੜ੍ਹ ਸਾਹਿਬ ਉਹ ਪਾਵਨ ਪਵਿੱਤਰ ਧਰਤੀ ਹੈ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੇ ਵੱਡਾ ਸਾਕਾ ਵਰਤਾਇਆ ਸੀ। ਇਸ ਧਰਤੀ ਦੇ ਉੱਪਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਧਾਰਮਿਕ ਸਮਾਗਮ ਸ਼ੁਰੂ ਹੋ ਚੁੱਕੇ ਨੇ। ਸੰਗਤ ਦੀਆਂ ਰੌਣਕਾਂ ਇੱਥੇ ਦੇਖਣ ਨੂੰ ਮਿਲ ਰਹੀਆਂ ਨੇ। ਸੰਗਤਾਂ ਦੇ ਮਨ ਦੇ ਵਿੱਚ ਵੈਰਾਗ ਹੁੰਦਾ, ਅੱਖਾਂ ਦੇ ਵਿੱਚ ਜਿਹੜਾ ਹੈ ਟਪਕਦਾ ਹੋਇਆ ਪਾਣੀ ਦੇਖਿਆ ਜਾ ਸਕਦਾ। ਜਿਹੜੇ ਵੀ ਇੱਥੇ ਦਰਸ਼ਨ ਕਰਨ ਦੇ ਲਈ ਆਉਂਦੇ ਨੇ, ਨਾਲ ਨਾਲ ਗਿਆਨੀ ਹਰਪਾਲ ਸਿੰਘ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ ਦਿੱਲੀ ਦੇ ਵਿੱਚ ਨੌਜਵਾਨ ਪਹੁੰਚ ਰਹੇ ਨੇ ਜਾਂ ਉੱਥੇ ਬੈਠੇ ਹੋਏ ਨੇ, ਕਿਤੇ ਨਾ ਕਿਤੇ ਉਹਨਾਂ ਨੂੰ ਵੀ ਜਿਹੜੀ ਦਿਸ਼ਾ ਜਿਹੜੀ ਹੈ ਉਹ ਇਸ ਧਰਤੀ ਤੋਂ ਪ੍ਰਾਪਤ ਹੋ ਰਹੀ ਹੈ। ਜਿਹੜਾ ਉਹਨਾਂ ਦੇ ਵਿੱਚ ਜੋਸ਼ ਹੈ, ਕਿਤੇ ਨਾ ਕਿਤੇ ਸਾਹਿਬਜ਼ਾਦਿਆਂ ਦੀ ਵੱਡੀ ਕੁਰਬਾਨੀ ਤੋਂ ਹੀ ਉਹ ਜਿਹੜਾ ਜੋਸ਼ ਹੈ ਉਹਨਾਂ ਦੇ ਵਿੱਚ ਭਰਿਆ ਹੋਇਆ ਹੈ। ਕੈਮਰਾਮੈਨ ਸਤਨਾਮ ਦੇ ਨਾਲ ਰਣਦੀਪ ਸਿੰਘ, ਜਗਬਾਣੀ ਟੀਵੀ, ਸ੍ਰੀ ਫਤਿਹਗੜ੍ਹ ਸਾਹਿਬ।